ਹਾਂਜੀ ਕਰ ਦਿਓ। ਮਾਨਯੋਗ ਗੁਰੂ ਸਵਾਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਆਨਲਾਈਨ ਗੁਰਮਤਿ ਕਲਾਸ SMC ਗੁਰਮਤਿ ਕਲਾਸ USA ਆਪ ਸਾਰਿਆਂ ਨੂੰ ਜੀ ਆਇਆਂ। ਅੱਜ ਦਾ ਸਾਡਾ ਵਿਸ਼ਾ ਸਬਜੈਕਟ ਪਾਵਨ ਅੱਖਰੀ ਹੈ। ਭਗਤ ਕਬੀਰ ਜੀ ਦੀ ਉਚਾਰਨ ਕੀਤੀ ਹੋਈ ਪਾਵਨ ਰਚਨਾ ਗੌੜੀ ਰਾਗ ਦੇ ਵਿੱਚ ਗੌੜੀ ਪੂਰਬੀ, ਗੌੜੀ ਕਬੀਰ ਜੀ, ਗੌੜੀ ਪੂਰਬੀ ਪਾਵਨ ਅੱਖਰੀ ਕਬੀਰ ਜੀਓ ਕੀ, ਜਿਹਦੀ ਲੜੀਵਾਰ ਵਿਚਾਰ ਅਸੀਂ ਆਪ ਜੀ ਦੇ ਨਾਲ ਸਾਂਝੀ ਕਰ ਰਹੇ ਹਾਂ। ਇਸ ਪਾਵਨ ਬਾਣੀ ਦੇ ਕੁੱਲ 45 ਅੱਖਰ, 45 ਪੌੜੀਆਂ ਜਾਂ 45 ਅੰਕ ਹਨ, ਜਿਹਦੇ ਵਿੱਚੋਂ ਅਸੀਂ 42 ਅੰਕਾਂ ਤੱਕ ਪਿਛਲੇ ਹਫ਼ਤੇ ਵਿਚਾਰ ਸੰਪੂਰਨ ਕਰ ਲਈ ਸੀ। ਅੱਜ 43ਵਾਂ ਅੰਕ ਹੈ। ਲਿਉ ਲਿਉ ਕਰਤ ਫਿਰੇ ਸਭ ਲੋਗ, ਤਾਂ ਕਾਰਨ ਵਿਆਪੇ ਬੋ ਸੋਗ। ਇਸ ਅੰਕ ਤੋਂ ਅੱਜ ਦੀ ਵਿਚਾਰ ਆਰੰਭ ਹੁੰਦੀ ਹੈ। ਵਿਚਾਰਾਂ ਦੀ ਸਾਂਝ ਕਰ ਰਹੇ ਹਨ ਵੀਰ ਅੰਮ੍ਰਿਤਪਾਲ ਸਿੰਘ ਜੀ। ਤਾਂ ਮੈਂ ਬੇਨਤੀ ਕਰ ਰਿਹਾ ਹਾਂ ਵੀਰ ਅੰਮ੍ਰਿਤਪਾਲ ਸਿੰਘ ਜੀ ਨੂੰ ਕਿ ਅੱਜ ਦੀ ਇਸ 52 ਅੱਖਰੀ ਦੀ ਜੋ ਲੜੀਵਾਰ ਵਿਚਾਰ ਹੈ ਉਹ ਸਾਡੇ ਨਾਲ ਸਾਂਝੀ ਕਰਨ। ਵੀਰ ਅੰਮ੍ਰਿਤਪਾਲ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨਰੀ ਕਾਲਜ ਦੇ ਚੇਅਰਮੈਨ ਸਤਿਕਾਰਯੋਗ ਸਰਦਾਰ ਹਰਜੀਤ ਸਿੰਘ ਜੀ, ਉਹਨਾਂ ਦੇ ਸਮੁੱਚੇ ਵਿਦਵਾਨਾਂ ਦੀ ਟੀਮ ਅਤੇ ਇਸ ਸਰਕਲ ਤੇ ਇਸ ਕਲਾਸ ਨਾਲ ਜੁੜੀਆਂ ਹੋਈਆਂ ਸਮੂਹ ਸੰਗਤਾਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਭਗਤ ਕਬੀਰ ਜੀ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ 52 ਅੱਖਰੀ ਦੀ ਵਿਚਾਰ ਨਾਲ ਅਸੀਂ ਰੋਜ਼ਾਨਾ ਸਾਂਝ ਪਾਉਂਦੇ ਹਾਂ। ਹਰ ਹਫ਼ਤੇ ਸਾਡੀ ਇਹ ਕਲਾਸ ਹੁੰਦੀ ਹੈ, ਜਿਹਦੇ ਵਿੱਚ 42 ਅੰਕਾਂ ਤੱਕ, 42 ਬੰਦ ਤੱਕ ਅਸੀਂ ਇਹ ਵਿਚਾਰ ਸਰਵਣ ਕਰ ਚੁੱਕੇ ਹਾਂ ਅਤੇ ਵਿਚਾਰ ਚੁੱਕੇ ਹਾਂ। ਅੱਜ 43ਵੇਂ ਬੰਦ ਤੋਂ ਇਹ ਵਿਚਾਰ ਆਰੰਭ ਹੋਣ ਜਾ ਰਹੀ ਹੈ। 42ਵੇਂ ਪੱਦੇ ਦੇ ਵਿੱਚ ਅਸੀਂ ਭਗਤ ਕਬੀਰ ਜੀ ਤੋਂ ਇਹ ਉਪਦੇਸ਼ ਲਿਆ ਸੀ, ਜਬ ਹੀ ਹੋਏ ਤਬੈ ਮਨ ਮਾਨਾ। ਜਿਹੜਾ ਅਸੀਂ ਸ਼ੁਰੂ ਕੀਤਾ ਸੀ, ਹਾਹਾ ਹੋਤ ਹੋਏ ਨਹੀਂ ਜਾਣਾ, ਜਬ ਹੀ ਹੋਏ ਤਬੈ ਮਨ ਮਾਨਾ, ਹੈ ਤੋ ਸਹੀ ਲਖੈ ਜੋ ਕੋਈ, ਤਬ ਉਹੀ ਉਹ ਇਹ ਨਾ ਹੋਈ। ਹੈ ਤਾਂ ਸਹੀ, ਹੈ ਤੇ ਸਹੀ ਉਹ, ਪਰ ਜੇ ਕੋਈ ਦੇਖ ਲਵੇ, ਸੱਚਮੁੱਚ ਹੈ, ਵਾਸਤਵ ਵਿੱਚ ਹੈ, ਸਿਰਫ ਦੇਖ ਲਵੇ, ਭਾਵ ਸਮਝ ਲਵੇ, ਉਹਨੂੰ ਜਾਣ ਲਵੇ ਕਿ ਸਾਰਿਆਂ ਵਿੱਚੋਂ ਪ੍ਰਭੂ ਹੈ, ਤੇ ਜਿਸ ਦਿਨ ਉਹਨੂੰ ਜਾਣ ਲੈਂਦਾ ਹੈ ਤਬ ਉਹੀ ਉਹ ਇਹ ਨਾ ਹੋਈ, ਫਿਰ ਉਹੀ ਉਹ ਰਹਿ ਜਾਂਦਾ ਹੈ। ਫਿਰ ਇਹ ਜੀਵ ਜਿਹੜਾ ਮਿਟ ਜਾਂਦਾ ਹੈ, ਭਾਵ ਜੀਵ ਪ੍ਰਭੂ ਚ ਅਭੇਦ ਹੋ ਕੇ ਪ੍ਰਭੂ ਦਾ ਰੂਪ ਹੋ ਜਾਂਦਾ ਹੈ। ਇੱਥੇ ਤੱਕ ਅਸੀਂ ਵਿਚਾਰ ਕਰ ਚੁੱਕੇ ਹਾਂ। 43ਵੇਂ ਬੰਦ ਤੋਂ ਅੱਜ ਦੀ ਇਹ ਸਾਡੀ ਵਿਚਾਰ ਆਰੰਭ ਹੈ। ਲਿਉ ਲਿਉ ਕਰਤ ਫਿਰੈ ਸਭ ਲੋਕ। ਲਿਉ ਲਿਉ ਮੈਨੇ ਮੈਂ ਲੈ ਲਵਾਂ, ਮੈਂ ਲਵਾਂ, ਮੈਂ ਲਵਾਂ, ਇਹ ਵੀ ਲੈ ਲਵਾਂ, ਉਹ ਵੀ ਲੈ ਲਵਾਂ, ਇਹ ਕੋਠੀ ਵੀ ਲੈ ਲਵਾਂ, ਉਹ ਜ਼ਮੀਨ ਵੀ ਲੈ ਲਵਾਂ, ਇਹ ਕੁਰਸੀ ਵੀ ਲੈ ਲਵਾਂ, ਮੈਂ ਉਹ ਅਹੁਦਾ ਵੀ ਲੈ ਲਵਾਂ, ਭਾਵ ਆ ਵੀ ਮੇਰਾ ਹੋ ਜਾਏ, ਉਹ ਵੀ ਮੇਰਾ ਹੋ ਜਾਏ। ਇਹਨੂੰ ਕਹਿੰਦੇ ਨੇ ਲਿਉ ਲਿਉ ਕਰਤ ਫਿਰੈ ਸਭ ਲੋਕ। ਸਭ ਲੋਕ ਮੈਨੇ ਸਾਰਾ ਸੰਸਾਰ, ਸਾਰਾ ਸੰਸਾਰ ਤ੍ਰਿਸ਼ਨਾ ਦੇ ਅਧੀਨ ਫਿਰ ਰਿਹਾ ਹੈ। ਇਹਨੂੰ ਕਹਿੰਦੇ ਨੇ ਤ੍ਰਿਸ਼ਨਾ। ਲਿਉ ਲਿਉ ਮੈਨੇ ਮੈਂ ਇਹ ਵੀ ਲੈ ਲਵਾਂ, ਉਹ ਵੀ ਲੈ ਲਵਾਂ, ਇਹਨੂੰ ਕਹਿੰਦੇ ਨੇ ਤ੍ਰਿਸ਼ਨਾ। ਤ੍ਰਿਸ਼ਨਾ ਦੇ ਅਧੀਨ ਸਾਰਾ ਸੰਸਾਰ ਹੈ। ਰੋਟੀ, ਕੱਪੜਾ, ਮਕਾਨ, ਇਹ ਜ਼ਿੰਦਗੀ ਦੀ ਲੋੜ ਹੈ। ਇਹ ਤ੍ਰਿਸ਼ਨਾ ਨਹੀਂ ਹੈ, ਇਹ ਲੋਭ ਨਹੀਂ ਹੈ, ਇਹ ਲਾਲਚ ਨਹੀਂ ਹੈ, ਇਹ ਆਸ਼ਾ ਨਹੀਂ ਹੈ, ਇਹ ਲੋੜ ਹੈ। ਤ੍ਰਿਸ਼ਨਾ ਕੋਈ ਹੋਰ ਚੀਜ਼ ਹੈ। ਲੋੜ ਵਿੱਚ ਤੇ ਆਸ਼ਾਵਾਂ ਵਿੱਚ ਫਰਕ ਹੁੰਦਾ ਹੈ। ਮੈਨੂੰ ਭੋਜਨ ਚਾਹੀਦਾ ਹੈ, ਦਾਲ, ਸਬਜ਼ੀ, ਫੁਲਕਾ, ਤਾਂ ਕਿ ਮੈਂ ਆਪਣੀ ਪੇਟ ਦੀ ਭੁੱਖ ਦੂਰ ਕਰ ਲਵਾਂ। ਪਰ ਜੇ ਮੈਂ ਕਹਾਂ ਕਿ ਮੈਂ 5 ਸਟਾਰ ਤੋਂ ਘੱਟ ਰੋਟੀ ਨਹੀਂ ਜੀ ਖਾਂਦਾ, ਇਹ ਮੇਰੀ ਤ੍ਰਿਸ਼ਨਾ, ਇਹ ਮੇਰੀ ਆਸ਼ਾ ਹੈ।
ਮੈਨੂੰ ਸਰੀਰ ਢੱਕਣ ਵਾਸਤੇ ਸਰਦੀ ਗਰਮੀ ਤੋਂ ਬਚਣ ਦੇ ਲਈ ਕੱਪੜਾ ਚਾਹੀਦਾ ਹੈ, ਜਿੱਦਾਂ ਦਾ ਵੀ ਮਿਲ ਗਿਆ ਠੀਕ ਹੈ। ਪਰ ਜਦੋਂ ਮੈਂ ਕਹਿੰਦਾ ਹਾਂ ਕਿ ਮੈਂ ਤੇ ਜੀ 50,000 ਦਾ ਸੂਟ ਪਾਉਣਾ, ਜਾਂ ਮੈਂ 1 ਲੱਖ ਤੋਂ ਘੱਟ ਸੂਟ ਨਹੀਂ ਪਾਉਂਦਾ, ਜਾਂ ਮੈਂ 10,000 ਤੋਂ ਜ਼ਿਆਦਾ ਘੱਟ ਦਾ ਸੂਟ ਨਹੀਂ ਪਾਉਂਦਾ, ਫਿਰ ਇਹ ਮੇਰੀ ਆਸ਼ਾ ਹੈਗੀ ਹੈ। 3 4 5 ਬੈਡਰੂਮ ਦੇ ਨਾਲ ਮੇਰਾ ਜੇ ਪਰਿਵਾਰ ਵੱਡਾ ਤੇ ਗੁਜ਼ਾਰਾ ਸੌਖਾ ਚੱਲ ਜਾਂਦਾ ਹੈ। ਪਰ ਮੈਂ ਕਹਾਂ ਹਰ ਸ਼ਹਿਰ ਦੇ ਵਿੱਚ ਮੇਰੀ ਕੋਠੀ ਹੋਵੇ, ਮੇਰਾ ਬੰਗਲੋ ਹੋਵੇ, ਫਿਰ ਇਹ ਮੇਰੀ ਆਸ਼ਾ ਹੈ, ਇਹ ਮੇਰੀ ਤ੍ਰਿਸ਼ਨਾ ਹੈ। ਤੇ ਤ੍ਰਿਸ਼ਨਾ ਕਦੀ ਵੀ ਖਤਮ ਨਹੀਂ ਹੋਇਆ ਕਰਦੀ। ਮਨੁੱਖ ਜਿਹੜਾ ਹੈ, ਦਸਾਂ ਨੌਵਾਂ ਦੀ ਕਿਰਤ ਕਰਕੇ, ਥੋੜਾ ਜਿਹਾ ਕਾਰ ਵਿਹਾਰ, ਥੋੜਾ ਜਿਹਾ ਉਦਮ ਕਰਕੇ, ਮਿਹਨਤ ਕਰਕੇ ਆਪਣੀ ਜ਼ਿੰਦਗੀ ਦੀਆਂ ਸਾਰੀਆਂ ਲੋੜਾਂ ਪੂਰੀਆਂ ਕਰ ਸਕਦਾ ਹੈ। ਪਰ ਤ੍ਰਿਸ਼ਨਾ ਨੂੰ ਕਦੀ ਪੂਰਾ ਨਹੀਂ ਕਰ ਸਕਦਾ, ਆਸ਼ਾਵਾਂ ਨੂੰ ਪੂਰੇ ਨਹੀਂ ਕਰ ਸਕਦਾ। ਇਸ ਕਰਕੇ ਗੁਰੂ ਜੀ ਨੇ ਕਿਤੇ ਨਹੀਂ ਕਿਹਾ ਕਿ ਸਿੱਖ ਆਸ਼ਾਵਾਂ ਵਿੱਚ ਜੀਵੇ, ਬਲਕਿ ਇਹ ਕਹਿ ਦਿੱਤਾ ਕਿ ਆਸਾ ਵਿੱਚ ਅਤ ਦੁੱਖ ਘਣਾ, ਮਨਮੁਖ ਚਿਤ ਲਾਇਆ। ਆਸ਼ਾਵਾਂ ਵਿੱਚ ਦੁੱਖ ਹੈ, ਮਨਮੁਖ ਆਸ਼ਾਵਾਂ 'ਚ ਚਿਤ ਜੁੜੀ ਬੈਠਾ ਹੈ, ਉਹਨੂੰ ਮਨਮੁਖ ਕਹਿ ਦਿੱਤਾ। ਆਸਾ ਵਿੱਚ ਅਤ ਦੁੱਖ ਘਣਾ, ਮਨਮੁਖ ਚਿਤ ਲਾਇਆ। ਗੁਰਮੁਖ ਪਏ ਨਿਰਾਸ, ਪਰਮ ਸੁਖ ਪਾਇਆ। ਗੁਰਮੁਖ ਜਿਹੜਾ ਹੈ ਉਹ ਨਿਰਾਸ ਹੋ ਗਿਆ, ਆਸ ਤੋਂ ਉੱਚਾ ਉੱਠ ਗਿਆ, ਉਹਨੇ ਪਰਮ ਸੁਖ ਪਾ ਲਿਆ। ਆਸ਼ਾਵਾਂ ਵਿੱਚ ਜੀਵਿਆ ਨਹੀਂ। ਗੁਰਸਿੱਖ ਦੇ ਜੀਵਨ ਵਿੱਚ ਇੱਕੋ ਆਸ ਹੈ, ਉਹ ਹੈ ਪ੍ਰਭੂ ਦੀ। ਤੁਮਰੀ ਸ਼ਰਨ ਤੁਮਾਰੀ ਆਸਾ, ਆਸਾ ਸਭੈ ਲਾਹਿਕ ਹੈ, ਇੱਕ ਆਸ ਕਮਾਓ, ਇੱਕੋ ਆਸ ਹੈ। ਪਰ ਜਿਹੜੀ ਤ੍ਰਿਸ਼ਨਾ ਹੈ, ਤ੍ਰਿਸ਼ਨਾ ਕਦੀ ਰੁਕਣ 'ਚ ਨਹੀਂ ਆਉਂਦੀ ਤੇ ਮੁੱਕਣ 'ਚ ਨਹੀਂ ਆਉਂਦੀ, ਇਹ ਵੱਧਦੀ ਚਲੀ ਜਾਂਦੀ ਹੈ, ਇਹ ਆਪਣਾ ਵਿਸਥਾਰ ਕਰੀ ਚਲੀ ਜਾਂਦੀ ਹੈ। ਲਿਉ ਲਿਉ ਕਰਤ ਫਿਰੈ ਸਭ ਲੋਕ, ਸਾਰਾ ਸੰਸਾਰ ਲਿਉ ਲਿਉ ਮੈਂ ਹੋਰ ਲੈ ਲਵਾਂ, ਮੈਂ ਹੋਰ ਲੈ ਲਵਾਂ, ਬਸ ਇਸ ਤਰ੍ਹਾਂ ਹੀ ਕਰ ਰਿਹਾ ਹੈ। ਉਹਦਾ ਨਤੀਜਾ ਕੀ ਨਿਕਲਦਾ ਹੈ? ਤਾ ਕਾਰਨ ਵਿਆਪੈ ਬਹੁ ਸੋ। ਜਿਵੇਂ ਜਿਵੇਂ ਤ੍ਰਿਸ਼ਨਾ ਦੇ ਵਿੱਚ ਲਿਉ ਲਿਉ ਕਰਦਾ ਹੈ, ਉਵੇਂ ਉਵੇਂ ਤਾ ਮੈਨੇ ਉਸ ਕਾਰਨ, ਉਹਦੇ ਕਰਕੇ ਕੀ ਹੁੰਦਾ ਹੈ? ਵਿਆਪੈ ਬਹੁ ਸੋਗ, ਬਹੁਤ ਸਾਰੇ ਸੋਗ ਵਿਆਪੈ ਮੈਨੇ ਲੱਗ ਜਾਂਦੇ ਨੇ। ਸੋਗ ਮੈਨੇ ਅਨੇਕਾਂ ਸੋਗ, ਫਿਕਰ, ਚਿੰਤਾ, ਅਨੇਕਾਂ ਤਰ੍ਹਾਂ ਦੀਆਂ ਚਿੰਤਾਵਾਂ, ਅਨੇਕਾਂ ਤਰ੍ਹਾਂ ਦੇ ਫਿਕਰ, ਝੋਰੇ, ਸੰਸੇ ਉਹਨੂੰ ਲੱਗ ਜਾਂਦੇ ਨੇ। ਵੱਧਦੇ ਚੱਕਰ ਦੇ ਵਿੱਚ ਫਿਰ ਉਹਨੂੰ ਚਿੰਤਾਵਾਂ ਘੇਰ ਲੈਂਦੀਆਂ ਨੇ। ਲੋੜਾਂ ਤੇ ਆਮ ਬੰਦੇ ਦੀਆਂ ਵੀ ਪੂਰੀਆਂ ਹੋ ਜਾਂਦੀਆਂ ਨੇ, ਥੋੜੀ ਜਿਹੀ ਮਿਹਨਤ ਕਰਕੇ ਕੋਈ ਵੀ ਆਪਣੀਆਂ ਲੋੜਾਂ ਨੂੰ ਪੂਰੀਆਂ ਕਰ ਸਕਦਾ ਹੈ। ਪਰ ਤ੍ਰਿਸ਼ਨਾ ਜਿਹੜੀ ਹੈ, ਇਹ ਵੱਡਿਆਂ ਵੱਡਿਆਂ ਦੀ ਵੀ ਪੂਰੀ ਨਹੀਂ ਹੁੰਦੀ। ਵੱਡੇ ਵੱਡੇ ਰਾਜਨ ਰਘੂਮਨ ਤਾਂ ਕਿ ਤ੍ਰਿਸ਼ਨਾ ਬੂਝੀ, ਲਪਟ ਰਹੇ ਮਾਇਆ ਰੰਗ ਮਾਤੇ, ਮਾਇਆ ਸੰਗ ਮਾਤੇ, ਲੋਚਨ ਕਛੂ ਨਾ ਸੂਝੀ। ਵਿਖਿਆ ਮੈਂ ਕਿਨਹੀ ਤ੍ਰਿਪਤ ਨਾ ਪਾਈ, ਜਿਉ ਪਾਵਕ ਇੰਦਨ ਨਹੀਂ ਤਰਾਪੈ, ਬਿਨ ਹਰ ਕਾਹੰਗ ਆਹਾਈ। ਤ੍ਰਿਸ਼ਨਾ ਨੂੰ ਪੂਰੀਆਂ ਕਰਨਾ ਇਸ ਤਰ੍ਹਾਂ ਮਾਨੋ ਜਿਵੇਂ ਕੋਈ ਅੱਗ ਨੂੰ ਤੇਲ ਪਾ ਕੇ ਬੁਝਾਉਣ ਦਾ ਯਤਨ ਕਰੇ, ਪਰ ਤੇਲ ਦੇ ਨਾਲ, ਬਾਲਣ ਦੇ ਨਾਲ ਅੱਗ ਹੋਰ ਭੜਕਦੀ ਹੈ। ਪਦਾਰਥਾਂ ਦੇ ਨਾਲ ਮਨੁੱਖ ਤ੍ਰਿਸ਼ਨਾ ਨੂੰ ਬੁਝਾਉਣ ਦਾ ਯਤਨ ਕਰੇ ਤੇ ਉਹ ਬੁਝਦੀ ਨਹੀਂ, ਸਗੋਂ ਜਿੰਨੇ ਪਦਾਰਥ ਉਨੀ ਤ੍ਰਿਸ਼ਨਾ ਹੋਰ ਵੱਧਦੀ ਚਲੀ ਜਾਂਦੀ ਹੈ। ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਪਾਰ। ਫਿਰ ਉਹਦੇ ਕਰਕੇ ਸੋਗ, ਚਿੰਤਾਵਾਂ, ਫਿਕਰ ਪੈਦਾ ਹੋ ਜਾਂਦੇ ਨੇ। ਤਾ ਕਾਰਨ ਵਿਆਪੈ ਬਹੁ ਸੋਗ, ਚਿੰਤਾ, ਸੋਗ, ਫਿਕਰ ਇਹਦੇ ਕਰਕੇ ਵਿਆਪਦੇ ਨੇ ਜਦੋਂ ਮਨੁੱਖ ਦੇ ਅੰਦਰ ਤ੍ਰਿਸ਼ਨਾ ਹੁੰਦੀ ਹੈ। ਇਹਨੂੰ ਇਸ ਤਰ੍ਹਾਂ ਲਓ ਕਿ ਤ੍ਰਿਸ਼ਨਾ ਉਹ ਪੰਛੀ ਹੈ ਜਿਹਦੇ 2 ਪਰ ਨੇ, ਤੇ ਕੋਈ ਵੀ ਪੰਛੀ ਜਿਹੜਾ ਹੈ ਉਹ ਦੋਨੋਂ ਪਾਸੇ ਪਰ ਹੋਣਗੇ ਤੇ ਉਡਾਰੀ ਮਾਰੇਗਾ, ਜੇ ਇੱਕ ਪਾਸੇ ਪਰ ਹੋਣਗੇ, ਦੂਜੇ ਪਾਸੇ ਨਹੀਂ ਹੋਣਗੇ ਤੇ ਉਹ ਉੱਡ ਨਹੀਂ ਸਕੇਗਾ। ਇਸ ਕਰਕੇ ਪੰਛੀ ਨੂੰ ਉੱਡਣ ਵਾਸਤੇ ਦੋਨੋਂ ਪਾਸੇ ਖੰਭ ਚਾਹੀਦੇ ਨੇ। ਤ੍ਰਿਸ਼ਨਾ ਉਹ ਪੰਛੀ ਹੈ ਜਿਹਦੇ 2 ਪਰ ਨੇ, ਇੱਕ ਲੋਭ ਦਾ, ਇੱਕ ਮੋਹ ਦਾ। ਲੋਭ ਤੇ ਮੋਹ ਦੇ ਪਰਾਂ ਦੇ ਸਿਰ ਤੇ ਉਹ ਉੱਡਦਾ ਹੈ, ਪਰ ਜਿਹਦੇ ਕੋਲ ਇਕੱਲੇ ਲੋਭ ਦੇ ਖੰਭ ਹੋਣਗੇ, ਦੂਜੇ ਪਾਸੇ ਮੋਹ ਦੇ ਖੰਭ ਨਹੀਂ ਹੋਣਗੇ, ਤਾਂ ਵੀ ਤ੍ਰਿਸ਼ਨਾ ਦਾ ਪੰਛੀ ਉੱਡ ਨਹੀਂ ਸਕੇਗਾ। ਜੇ ਉਹਦੇ ਕੋਲ ਕੇਵਲ ਮੋਹ ਦੇ ਖੰਭ ਹੋਣਗੇ, ਲੋਭ ਦੇ ਪਰ ਨਹੀਂ ਹੋਣਗੇ, ਤਾਂ ਵੀ ਨਹੀਂ ਉੱਡ ਸਕੇਗਾ। ਉਹਨੂੰ ਦੋਨੋਂ ਪਾਸੇ ਖੰਭ ਚਾਹੀਦੇ ਨੇ ਤਾਂ ਹੀ ਉਡੇਗਾ। ਮੈਂ ਉਦਾਹਰਨ ਦੇ ਦਿੰਦਾ ਇੱਕ। ਕਿਸੇ ਮਨੁੱਖ ਦੀ ਤ੍ਰਿਸ਼ਨਾ ਹੈ ਕਿ ਮੇਰੇ ਕੋਲ 100 ਰੁਪਏ ਹੋ ਜਾਣ, ਪਰ ਉਹਦੀ ਜੇਬ ਦੇ ਵਿੱਚ 50 ਰੁਪਏ ਨੇ। ਹੁਣ ਉਹਨੇ 50 ਤੋਂ ਜੇ 100 ਕਰਨੇ ਨੇ, ਤ੍ਰਿਸ਼ਨਾ ਪੂਰੀ ਕਰਨੀ ਹੈ, ਤੇ ਉਹਨੂੰ ਦੂਜਿਆਂ ਦੇ 50 ਦਾ ਲੋਭ ਕਰਨਾ ਪਏਗਾ। ਹੱਥ ਹੱਥ ਰੱਖ ਕੇ ਬੈਠਾ ਰਹੇਗਾ, ਉਹਦੇ 50 100 ਨਹੀਂ ਹੋਣਗੇ। ਜਦੋਂ ਦੂਜੇ ਦੇ ਜੇਬ ਵਿਚਲੇ 50 ਪ੍ਰਤੀ ਲੋਭ ਪੈਦਾ ਕਰੇਗਾ, ਮੇਰੇ ਕੋਲ ਉਹ ਆ ਜਾਣ, ਚਾਹੇ ਹੱਕ ਦੀ ਕਮਾਈ ਕਰਕੇ ਆਣ, ਭਾਵੇਂ ਚੋਰੀ ਕਰਕੇ ਆਣ, ਭਾਵੇਂ ਠੱਗੀ ਕਰਕੇ ਆਣ, ਕਿਸੇ ਤਰੀਕੇ ਉਹ ਆ ਜਾਣ। ਦੂਜੇ ਦੇ 50 ਦਾ ਲੋਭ ਕਰੇਗਾ ਤੇ 50 ਇਕੱਠੇ ਹੋਣਗੇ, ਫਿਰ 100 ਹੋਣਗੇ। ਲੋਭ ਤੋਂ ਬਿਨਾਂ
ਤ੍ਰਿਸ਼ਨਾ ਦਾ ਪੰਛੀ ਉੱਡ ਨਹੀਂ ਸਕੇਗਾ। ਹੁਣ ਜੇ ਕੱਲਾ ਲੋਭ ਹੋਵੇ ਪਰ ਮੋਹ ਨਾ ਹੋਵੇ, ਲੋਭ ਤੇ ਹੋਵੇ ਦੂਜੇ ਦੇ 50 ਕਿਸੇ ਤਰੀਕੇ ਲੈ ਆਵੇ, ਪਰ ਆਪਣੇ 50 ਦਾ ਮੋਹ ਨਾ ਹੋਵੇ, ਆਪਣੇ 50 ਖਰਚ ਛੱਡੇ, ਤੇ ਤਾਂ ਵੀ ਉਹ 100 ਨਹੀਂ ਬਣਨਗੇ। ਲੋਭ ਨਾਲ ਇਕੱਠੇ ਕਰ ਰਿਹਾ ਹੈ ਤੇ ਮੋਹ ਹੈ ਨਹੀਂ, ਉਹਨੂੰ ਖਰਚੀ ਵੀ ਜਾ ਰਿਹਾ ਹੈ, ਤੇ ਤਾਂ ਵੀ 100 ਨਹੀਂ ਬਣਨਗੇ। ਕੀ ਕਰਨਾ ਪਏਗਾ? ਉਹਨੂੰ ਦੂਜੇ ਦੇ 50 ਦਾ ਲੋਭ ਕਰਨਾ ਪਏਗਾ, ਆਪਣੇ 50 ਦਾ ਮੋਹ ਵੀ ਕਰਨਾ ਪਏਗਾ ਕਿ ਚਮੜੀ ਜਾਏ ਪਰ ਦਮੜੀ ਨਾ ਜਾਏ, ਉਹ ਫਿਰ 100 ਬਣਨਗੇ। ਪਰ ਪਤਾ ਕੀ ਹੁੰਦਾ, 100 ਤੇ ਹੋ ਜਾਂਦੇ ਨੇ, ਆ ਜਿਹੜਾ ਲਿਉਂ ਲਿਉਂ ਕਰਤ ਫਿਰੈ ਸਭ ਲੋਕ, ਹੋਰ ਲੈ ਲਵਾਂ ਹੋਰ ਲੈ ਲਵਾਂ, ਫਿਰ 100 ਤੋਂ ਤ੍ਰਿਸ਼ਨਾ 200 ਦੀ ਬਣ ਜਾਂਦੀ ਹੈ, ਫਿਰ 500 ਦੀ ਬਣ ਜਾਂਦੀ ਹੈ, ਫਿਰ 1000 ਦੀ ਬਣ ਜਾਂਦੀ ਹੈ। ਮੋਹ ਕਰਕੇ ਆਪਣੇ ਵੀ ਨਹੀਂ ਖਰਚਦਾ, ਲੋਭ ਕਰਕੇ ਦੂਜੇ ਦੇ ਵੀ ਇਕੱਠੇ ਕਰੀ ਜਾਂਦਾ ਹੈ। ਜਿਵੇਂ ਜਿਵੇਂ ਲੋਭ ਵਧੀ ਜਾਂਦਾ ਹੈ, ਜਿਵੇਂ ਜਿਵੇਂ ਮੋਹ ਵਧੀ ਜਾਂਦਾ ਹੈ, ਤ੍ਰਿਸ਼ਨਾ ਦਾ ਪੰਛੀ ਉਡਾਰੀਆਂ ਤੇ ਮਾਰਦਾ ਹੈ, ਪਰ ਉਹਦੇ ਤ੍ਰਿਸ਼ਨਾ ਦੇ ਪੰਛੀ ਦੇ ਖੰਭ ਭਾਰੇ ਹੁੰਦੇ ਚਲੇ ਜਾਂਦੇ ਨੇ। ਲੋਭ ਦੇ ਖੰਭ ਭਾਰੇ ਹੋ ਗਏ, ਮੋਹ ਦੇ ਭਾਰੇ ਹੋ ਗਏ, ਲੋਭ ਵੀ ਵੱਧਦਾ ਗਿਆ, ਮੋਹ ਵੀ ਵੱਧਦਾ ਗਿਆ। ਇੱਕ ਦਿਨ ਉਹਨਾਂ ਹੀ ਲੋਭ ਤੇ ਮੋਹ ਦੇ ਭਾਰੇ ਖੰਭਾਂ ਦੇ ਕਰਕੇ ਉਹ ਜ਼ਮੀਨ ਤੇ ਮੁੱਦੇ ਮੁਆ ਡਿੱਗਦਾ ਹੈ ਤੇ ਤੜਪ ਕੇ ਦਮ ਤੋੜ ਦਿੰਦਾ ਹੈ। ਲੋਭ ਤੇ ਮੋਹ ਬੰਦੇ ਨੂੰ ਫਸਾ ਲੈਂਦੇ ਨੇ। ਭੁੱਲਿਓ ਮਨ ਮਾਇਆ ਉਰਝਾਇਓ, ਜਿੰਨੇ ਜਾਲ ਤਣੇ ਸੀ ਲੋਕਾਂ ਨੂੰ ਫਸਾਉਣ ਵਾਸਤੇ ਉਹਨਾਂ ਚ ਆਪ ਫਸ ਗਿਆ। ਜੋ ਜੋ ਕਰਮ ਕੀਓ ਲਾਲਚ ਲੱਗ, ਤੇ ਆਪ ਬੰਧਾਇਓ, ਉਲਟਾ ਆਪ ਹੀ ਬੰਨਿਆ ਗਿਆ। ਇਹਨੂੰ ਕਹਿੰਦੇ ਨੇ ਲਿਉਂ ਲਿਉਂ ਕਰਤ ਫਿਰੈ ਬਹੁ ਲੋਗ, ਤਾ ਕਾਰਨ ਲਿਉਂ ਲਿਉਂ ਕਰਕੇ ਮੈਂ ਹੋਰ ਲੈ ਲਵਾਂ ਹੋਰ ਲੈ ਲਵਾਂ। ਸਾਰਾ ਜਗਤ ਭਟਕਦਾ ਫਿਰ ਰਿਹਾ ਹੈ। ਲਿਉਂ ਲਿਉਂ ਕਰਤ ਫਿਰੈ ਸਭ ਲੋਗ, ਤਾ ਕਾਰਨ ਵਿਆਪੈ ਬਹੁ ਸੋਗ। ਉਹਦੇ ਕਰਕੇ ਸਗੋਂ ਹੋਰ ਸੋਗ, ਹੋਰ ਚਿੰਤਾਵਾਂ ਪੈਦਾ ਹੋ ਜਾਂਦੀਆਂ ਨੇ, ਪਾਪਾਂ ਦੀਆਂ ਲਹਿਰਾਂ ਪੈਦਾ ਹੋ ਜਾਂਦੀਆਂ ਨੇ, ਲੋਭ ਤੇ ਮੋਹ ਦੀਆਂ ਲਹਿਰਾਂ ਪੈਦਾ ਹੋ ਜਾਂਦੀਆਂ ਨੇ, ਫਿਕਰ ਤੇ ਚਿੰਤਾ ਪੈਦਾ ਹੋ ਜਾਂਦੇ ਨੇ। ਲక్ష్ਮੀ ਬਰਸਿਉ ਜੋ ਲਿਵ ਲਾਵੈ, ਲక్ష్ਮੀ ਬਰਸਿਉ ਜੋ ਲਿਉ ਲਾਵੈ। ਇੱਥੇ ਲਿਉ ਦਾ ਮਤਲਬ ਹੈ ਲਿਵ। ਲక్ష్ਮੀ ਬਰ ਮੈਨੇ, ਲక్ష్ਮੀ ਕਹਿੰਦੇ ਨੇ ਮਾਇਆ ਨੂੰ, ਤੇ ਵਰ ਮੈਨੇ ਉਹਦਾ ਪਤੀ, ਉਹਦਾ ਵਰ। ਲక్ష్ਮੀ ਦਾ ਪਤੀ ਵਰ, ਉਹਦਾ ਭਾਵ ਪਤੀ। ਹੁਣ ਜਿਹੜਾ ਲక్ష్ਮੀ ਦਾ ਪਤੀ ਹੈ, ਲక్ష్ਮੀ ਵਰ ਜਿਹੜਾ ਹੈ ਭਾਵ ਪ੍ਰਭੂ, ਮਾਇਆ ਦਾ ਪਤੀ ਜਿਹਦੇ ਵਿੱਚ ਅਧੀਨ ਮਾਇਆ ਵੀ ਹੈ, ਆਗਿਆਕਾਰੀ ਕੀਨੀ ਮਾਇਆ, ਉਹਦਾ ਜਿਹੜਾ ਪਤੀ ਰੱਬ ਹੈ। ਸਿਉ ਮੈਨੇ ਨਾਲ, ਲక్ష్ਮੀ ਬਰ ਸਿਉ ਭਾਵ ਮਾਇਆ ਦੇ ਪ੍ਰਤੀ ਪਤੀ ਪ੍ਰਭੂ ਦੇ ਨਾਲ, ਜੋ ਲਿਉ ਲਾਵੇ, ਜੋ ਮੈਨੇ ਜੇ ਕੋਈ ਲਿਉ, ਲਿਉ ਮੈਨੇ ਲਿਵ, ਲਿਵ ਲਾ ਲਵੇ। ਬਹੁਤ ਥਾਵਾਂ ਤੇ ਵਾਵਾ ਜਿਹੜਾ ਹੈ ਉਹ ਊੜੇ ਦੇ ਵਿੱਚ ਤਬਦੀਲ ਹੋ ਜਾਂਦਾ ਹੈ। ਲਿਵ ਤੋਂ ਲਿਓ ਬਣ ਗਿਆ, ਦਿਓ ਤੋਂ ਦੇਵ ਬਣ ਗਿਆ, ਜਾਂ ਦੇਵ ਤੋਂ ਦਿਓ ਬਣ ਗਿਆ, ਛਾਮ ਤੋਂ ਛਾਉ ਬਣ ਗਿਆ, ਤਬ ਤੋਂ ਤਉ ਬਣ ਗਿਆ, ਪਾਮ ਤੋਂ ਪਾਉ, ਇੱਕ ਪੈਰ, ਉੱਥੇ ਬਹੁਵਚਨ ਇੱਕ ਵਚਨ ਆ ਗਿਆ। ਹਾਂ, ਇਹਦੇ ਵਿੱਚ ਅਨੇਕਾਂ, ਜਿਵੇਂ ਗਵਣ ਗਾਉਣ, ਆਵਾਗਮਨ ਆਵਾਗਾਉਣ, ਇਸ ਤਰ੍ਹਾਂ ਦੇ ਸ਼ਬਦ। ਗੁਰਦੇਵ ਗੁਰਦਿਓ, ਅਵਸਰ ਅਵਸਰ, ਭਗਵਤ ਭਗਉਤ, ਭਗਵਤੀ ਭਗਉਤੀ, ਅਹਮੇਵ ਅਹਮੇਉ, ਅਚੰਭਵ ਅਚੰਭਵ, ਅਵਧੂਤ ਅਵਧੂਤ, ਅਵਝੜ ਔਝੜ, ਭਾਵ ਭਾਉ, ਅਵਰਨ ਔਰਨ, ਅਵਜਾਤ ਔਜਾਤ, ਕੇਸੋ ਕੇਸ਼ਵ, ਜੈਦੇਵ ਜੈਦਿਓ, ਜਿਵ ਜਿਉ, ਅਵਧ ਔਧ, ਅਵਖਦ ਔਖਦ, ਗਾਵਣਾ ਗਾਉਣਾ, ਸੰਭਵ ਸੰਭਵ, ਸੁਭਾਵ ਸੁਭਾਵ। ਬਹੁਤ ਸਾਰੇ ਵਰਡ ਨੇ, ਅਵਰ ਔਰ, ਇਸ ਤਰ੍ਹਾਂ। ਏਦਾਂ ਹੀ ਲਿਵ ਤੋਂ ਲਿਉ, ਲਿਉ ਬਣ ਗਿਆ ਸ਼ਬਦ ਇੱਥੇ। ਲక్ష్ਮੀ ਬਰਸਿਉ ਜੋ, ਜੋ ਲਿਉ ਲਾਵੇ, ਜੋ ਮੈਨੇ ਜੇ ਕੋਈ ਮਨੁੱਖ ਲਿਉ ਲਾਵੇ, ਲਿਵ ਲਾ ਲਵੇ। ਹੁਣ ਲਿਵ ਲਾਵੇ ਦਾ ਮਤਲਬ ਇਹ ਨਹੀਂ ਕਿ ਉਹ ਭੋਰੇ 'ਚ ਬੈਠ ਕੇ ਸਮਾਧੀ ਲਗਾ ਲਵੇ। ਲਿਵ ਲਾਵੇ ਮੈਨੇ ਲਗਨ ਲਾ ਲਵੇ, ਉਸ ਪ੍ਰਭੂ ਦੇ ਨਾਲ ਲਗਨ ਲਾ ਲਵੇ। ਜੇ ਕੋਈ ਰੱਬ ਦੇ ਨਾਲ ਪਿਆਰ ਪਾ ਲਵੇ, ਜੇ ਕੋਈ ਰੱਬੀ ਗੁਣਾਂ ਦੇ ਨਾਲ ਲਗਨ ਲਾ ਲਵੇ, ਜੇ ਕੋਈ ਰੱਬ ਦੇ ਹੁਕਮਾਂ 'ਚ ਤੁਰਨਾ ਸ਼ੁਰੂ ਕਰ ਦੇ, ਜੇ ਕੋਈ ਰੱਬੀ ਰਜ਼ਾ ਦੇ ਵਿੱਚ ਆ ਜਾਏ, ਉਹਦੇ ਹੁਕਮਾਂ ਅਨੁਸਾਰ ਜ਼ਿੰਦਗੀ ਬਤੀਤ ਕਰਨ ਲੱਗ ਜਾਏ। ਲక్ష్ਮੀ ਬਰਸਿਉ ਜੋ ਲਿਉ ਲਾਵੇ, ਤੇ ਕੀ ਹੋਏਗਾ? ਸੋਗ ਮਿਟੈ ਸਭ ਹੀ ਸੁਖ ਪਾਵੈ।
ਉਹਦਾ ਸੋਗ, ਉਹਦਾ ਫਿਕਰ ਮੁੱਕ ਜਾਏਗਾ, ਉਹਦੀ ਚਿੰਤਾ ਖਤਮ ਹੋ ਜਾਏਗੀ, ਉਹਦਾ ਸੰਸਾਰ ਸਮਾਪਤ ਹੋ ਜਾਏਗਾ। ਸੋਗ ਮਿਟੈ ਸਭ ਹੀ ਸੁਖ ਪਾਵੇ, ਉਹ ਸਾਰਾ ਸੰਸਾਰ ਸੁਖ ਪਾ ਲਏਗਾ, ਉਹਨੂੰ ਸਾਰੇ ਸੁਖ ਮਿਲ ਜਾਣਗੇ, ਉਹਦੀ ਜ਼ਿੰਦਗੀ ਦੀਆਂ ਚਿੰਤਾਵਾਂ ਮੁੱਕ ਜਾਣਗੀਆਂ। ਜੇ ਕੋਈ ਪ੍ਰਭੂ ਵਿੱਚ ਲਗਨ ਲਗਾ ਲਵੇ, ਰੱਬੀ ਰਜ਼ਾ ਦੇ ਮੁਤਾਬਕ ਜ਼ਿੰਦਗੀ ਜਿਉਣੀ ਸ਼ੁਰੂ ਕਰ ਦੇ, ਰੱਬੀ ਹੁਕਮ ਦੇ ਵਿੱਚ, ਉਹਦੇ ਸਿਸਟਮ ਦੇ ਵਿੱਚ ਜ਼ਿੰਦਗੀ ਜਿਉਣ ਲੱਗ ਜਾਏ, ਭਾਵ ਸਤ, ਸੰਤੋਖ, ਦਇਆ, ਧਰਮ, ਧੀਰਜ, ਗਿਆਨ, ਵਿਰਾਗ, ਨਿਮਰਤਾ, ਨਿਰਮਾਣਤਾ, ਜਿਹੜੇ ਗੁਣ ਨੇ, ਇਹਨਾਂ ਵਿੱਚ ਉਹਦੀ ਲਗਨ ਲੱਗ ਜਾਏ, ਉਹਦਾ ਸਾਰਾ ਸੋਗ ਮਿਟ ਜਾਏਗਾ, ਉਹਨੂੰ ਸਾਰੇ ਸੁੱਖ ਮਿਲ ਜਾਣਗੇ। ਐਸਾ ਮਨੁੱਖ ਸਰੀਰਕ ਤੌਰ ਤੇ ਵੀ ਸੁਖੀ ਰਹੇਗਾ, ਬੌਧਿਕ ਤੌਰ ਤੇ ਵੀ ਸੁਖੀ ਰਹੇਗਾ, ਮਾਨਸਿਕ ਆਤਮਿਕ ਤੌਰ ਤੇ ਸ਼ਾਂਤ, ਆਨੰਦਿਤ ਹੋ ਜਾਏਗਾ। ਖੱਖਾ ਖਿਰਤ ਖਪਤ ਗਏ ਕੀਤੇ, 44ਵਾਂ ਬੰਦ। ਹੁਣ ਖੱਖੇ ਅੱਖਰ ਦੇ ਰਾਹੀਂ ਭਗਤ ਕਬੀਰ ਜੀ ਸਾਨੂੰ ਸਮਝਾ ਰਹੇ ਨੇ। ਖਿਰਤ, ਖਿਰਤ ਦਾ ਅਰਥ ਹੁੰਦਾ ਹੈ ਖਿਰਨਾ, ਨਾਸ਼ ਹੋ ਜਾਣਾ। ਜਿਵੇਂ ਮੰਨ ਲਓ ਕੋਈ ਕੰਧ ਕਲਰ ਵਾਲੀ ਹੋਵੇ, ਮਿੱਟੀ ਵਾਲੀ ਹੋਵੇ, ਹੌਲੀ ਹੌਲੀ ਕਿਰਦੀ ਚਲੀ ਜਾਏ, ਤੇ ਉਸ ਕਿਰਦੀ ਚਲੀ ਜਾਣ ਨੂੰ ਖਿਰਦੀ ਚਲੀ ਜਾਣ ਕਹਿ ਦਿੱਤਾ। ਜਿਹੜੀ ਹੌਲੀ ਹੌਲੀ ਖੁਰਦੀ ਚਲੀ ਜਾਏ, ਉਹਨੂੰ ਕਹਿ ਦਿੱਤਾ ਖਿਰਤ। ਹੌਲੀ ਹੌਲੀ ਖੁਰ ਰਹੀ ਹੈ, ਹੌਲੀ ਹੌਲੀ ਇੱਕ ਇੱਕ ਉਹਦਾ ਮਿੱਟੀ ਦਾ ਦਾਣਾ ਕਿਰ ਰਿਹਾ ਹੈ, ਇੱਕ ਇੱਕ ਕਣ ਕਿਰ ਰਿਹਾ ਹੈ, ਹਰ ਕਣ ਖੁਰ ਰਿਹਾ ਹੈ। ਜਿਵੇਂ ਜਿਵੇਂ ਖਿਰਦਾ, ਜਿਵੇਂ ਜਿਵੇਂ ਉਹ ਕਿਰੀ ਚਲਾ ਜਾਂਦਾ ਹੈ, ਉਵੇਂ ਉਵੇਂ ਇੱਕ ਸਮਾਂ ਹੁੰਦਾ ਹੈ ਉਹ ਸਾਰੀ ਕੰਧ ਢਹਿ ਜਾਂਦੀ ਹੈ। ਇੱਥੇ ਖਿਰਨ ਦਾ ਭਾਵ ਹੌਲੀ ਹੌਲੀ ਖਿਰਨਾ, ਹੌਲੀ ਹੌਲੀ ਖੁਰੀ ਚਲੇ ਜਾਣਾ, ਹੌਲੀ ਹੌਲੀ ਨਾਸ਼ ਹੋਈ ਜਾਣਾ, ਥੋੜਾ ਥੋੜਾ ਕਰਕੇ ਨਾਸ਼ ਹੋਣਾ। ਖੱਖਾ ਖਿਰਤ, ਥੋੜੇ ਥੋੜੇ ਕਰਕੇ ਕਈ ਲੋਕ ਖੁਰਦੇ ਚਲੇ ਗਏ, ਖੁਰਦੇ ਚਲੇ ਗਏ। ਮੰਨ ਲਓ ਜਿਵੇਂ ਸਾਬਣ ਇੱਕੋ ਦਿਨ ਹੀ ਖਤਮ ਨਹੀਂ ਹੋ ਜਾਂਦਾ, ਹੌਲੀ ਹੌਲੀ ਖੁਰਦਿਆਂ ਖੁਰਦਿਆਂ ਹਫ਼ਤਾ 10 ਦਿਨ ਉਹਨੂੰ ਲੱਗ ਜਾਂਦੇ ਨੇ। ਬਰਫ਼ ਇੱਕੋ ਪਾਲੀ ਨਹੀਂ ਖੁਰ ਜਾਂਦੀ, ਹੌਲੀ ਹੌਲੀ ਖੁਰਦਿਆਂ ਖੁਰਦਿਆਂ ਸਮਾਂ ਲੱਗਦਾ ਹੈ। ਏਦਾਂ ਹੀ ਆ ਜਿਹੜਾ ਜੀਵਨ ਹੈ ਇਨਸਾਨ ਦਾ, ਇਹਨੂੰ ਵੀ ਖੁਰਦਿਆਂ ਖੁਰਦਿਆਂ ਸਮਾਂ ਲੱਗ ਜਾਂਦਾ ਹੈ। ਹੌਲੀ ਹੌਲੀ ਖੁਰਦਿਆਂ ਖੁਰਦਿਆਂ, ਕਿਰਦਿਆਂ ਕਿਰਦਿਆਂ ਇੱਕ ਦਿਨ ਖਤਮ ਹੋ ਜਾਂਦਾ ਹੈ। ਇੱਥੇ ਸਰੀਰ ਦੀ ਵੈਸੇ ਗੱਲ ਨਹੀਂ ਚੱਲ ਰਹੀ, ਇੱਥੇ ਗੱਲ ਚੱਲਦੀ ਆਤਮਿਕ ਜੀਵਨ ਦੀ। ਆਤਮਿਕ ਜੀਵਨ ਦੇ ਵਿੱਚ ਹੌਲੀ ਹੌਲੀ ਖੁਰੀ ਚਲਾ ਜਾਂਦਾ ਹੈ। ਖੱਖਾ ਖਿਰਤ ਖਪਤ, ਖਪਤ ਮੈਨੇ ਖਪਦਿਆਂ, ਗਏ ਮੈਨੇ ਕਿੰਨੇ ਹੀ ਗਏ, ਚਲੇ ਗਏ, ਕੀਤੇ ਮੈਨੇ ਕਿੰਨੇ ਹੀ। ਹੁਣ ਖੱਖੇ ਅੱਖਰ ਦੇ ਰਾਹੀਂ ਭਗਤ ਕਬੀਰ ਜੀ ਸਮਝਾ ਰਹੇ ਨੇ ਕਿ ਕਿੰਨੇ ਹੀ ਐਸੇ ਲੋਕ ਨੇ ਇਸ ਧਰਤੀ ਤੇ ਆਏ, ਜਿਹੜੇ ਖਪਦਿਆਂ ਖਪਦਿਆਂ, ਖਿਰਦਿਆਂ ਖਿਰਦਿਆਂ, ਕਿਰਦਿਆਂ ਕਿਰਦਿਆਂ, ਖੁਰਦਿਆਂ ਖੁਰਦਿਆਂ, ਥੋੜਾ ਥੋੜਾ ਕਰਕੇ ਨਾਸ਼ ਹੁੰਦਿਆਂ ਹੁੰਦਿਆਂ ਆਖਰ ਪੂਰੇ ਹੀ ਨਾਸ਼ ਹੋ ਗਏ, ਆਤਮਿਕ ਮੌਤੇ ਮਰ ਗਏ। ਉਹਨਾਂ ਦੇ ਅੰਦਰੋਂ ਰੋਜ਼ ਥੋੜੀ ਥੋੜੀ ਇਨਸਾਨੀਅਤ ਮਰਦੀ ਚਲੀ ਜਾਂਦੀ ਹੈ, ਥੋੜੀ ਥੋੜੀ ਮਨੁੱਖਤਾ ਅੰਦਰੋਂ ਨਾਸ਼ ਹੁੰਦੀ ਜਾਂਦੀ ਹੈ। ਉਹਨਾਂ ਦੇ ਅੰਦਰੋਂ ਥੋੜਾ ਥੋੜਾ ਹਿਊਮਨ ਬੀਇੰਗ ਜਿਹੜਾ ਹੈ ਉਹ ਖਤਮ ਹੁੰਦਾ ਚਲਾ ਜਾਂਦਾ ਹੈ, ਉਹਨਾਂ ਦੀ ਆਦਮੀਅਤ ਮਰਦੀ ਜਾਂਦੀ ਹੈ। ਮੰਨ ਲਓ ਜਿਵੇਂ ਕਿਸੇ ਨੇ ਲਾਲਚ ਕੀਤਾ, ਉਹਦੇ ਅੰਦਰ ਥੋੜੀ ਜਿਹੀ ਇਨਸਾਨੀਅਤ ਮਰ ਗਈ। ਉਹਨੇ ਫਿਰ ਚੋਰੀ ਕੀਤੀ, ਚੋਰੀ ਦੇ ਨਾਲ ਇੰਨੀ ਕੁ ਇਨਸਾਨੀਅਤ ਦੀ ਹੋਰ ਮਰ ਗਈ। ਉਹਨੇ ਕ੍ਰੋਧ ਕੀਤਾ, ਉਹਦੀ ਥੋੜੀ ਜਿਹੀ ਇਨਸਾਨੀਅਤ ਅੰਦਰੋਂ ਹੋਰ ਮਰ ਗਈ। ਉਹਨੇ ਕਿਸੇ ਨੂੰ ਮਾਰਿਆ, ਉਹਦੇ ਅੰਦਰੋਂ ਮਨੁੱਖਤਾ ਥੋੜੀ ਹੋਰ ਘਟ ਗਈ, ਹੋਰ ਮਰ ਗਈ। ਜਿਵੇਂ ਜਿਵੇਂ ਉਹ ਵਲ ਛਲ ਕਰਦਾ ਹੈ, ਠੱਗੀਆਂ ਕਰਦਾ ਹੈ, ਧੋਖੇ ਕਰਦਾ ਹੈ, ਨਿੰਦਿਆ ਕਰਦਾ ਹੈ, ਉਹਦੇ ਅੰਦਰੋਂ ਇਨਸਾਨੀਅਤ ਮਰੀ ਚਲੀ ਜਾਂਦੀ ਹੈ। ਹਰ ਰੋਜ਼ ਥੋੜੀ ਥੋੜੀ ਕਰਕੇ ਮਰਦੀ ਹੈ, ਤੇ ਥੋੜੀ ਥੋੜੀ ਕਰਕੇ ਮਰਦਿਆਂ ਮਰਦਿਆਂ ਇੱਕ ਸਮਾਂ ਐਸਾ ਹੁੰਦਾ ਹੈ ਬੰਦਾ ਪੂਰਾ ਹੀ ਆਤਮਿਕ ਮੌਤੇ ਮਰ ਜਾਂਦਾ ਹੈ। ਉਹਦਾ ਸਰੀਰ ਤੇ ਇਨਸਾਨਾਂ ਵਾਲਾ ਹੁੰਦਾ ਹੈ, ਪਰ ਉਹਦੇ ਕੰਮ ਫਿਰ ਪੂਰੇ ਪਸ਼ੂਆਂ ਵਾਲੇ ਬਣ ਜਾਂਦੇ ਨੇ। ਕਰਤੂਤ ਪਸ਼ੂ ਕੀ, ਮਾਨਸ ਜਾਤ, ਸਰੀਰ ਮਨੁੱਖਾਂ ਵਾਲਾ, ਕੰਮ ਪਸ਼ੂਆਂ ਵਾਲੇ। ਉਹਨਾਂ ਦੇ ਅੰਦਰੋਂ ਇਨਸਾਨੀਅਤ ਦੇ ਗੁਣ ਖਤਮ ਹੋ ਗਏ। ਜਿਹੜੇ ਇਨਸਾਨੀਅਤ ਦੇ ਗੁਣ ਸਨ ਉਹ ਥੋੜੇ ਥੋੜੇ ਕਰਕੇ ਖਤਮ ਹੁੰਦੇ ਚਲੇ ਗਏ। ਥੋੜਾ ਜਿਹਾ ਮੋਹ ਕੀਤਾ, ਥੋੜਾ ਜਿਹਾ ਹੰਕਾਰ ਕੀਤਾ, ਕਦੀ ਥੋੜਾ ਕ੍ਰੋਧ ਕਰ ਲਿਆ, ਕਦੀ ਥੋੜੀ ਨਿੰਦਿਆ ਕਰ ਲਈ, ਅੰਦਰੋਂ ਥੋੜੀ ਥੋੜੀ ਇਨਸਾਨੀਅਤ ਮਰਦੀ ਚਲੀ ਗਈ। ਔਰ ਅੰਦਰੋਂ ਹੌਲੀ ਹੌਲੀ ਖੁਰਦਿਆਂ ਖੁਰਦਿਆਂ, ਖਪਦਿਆਂ ਖਪਦਿਆਂ ਕਿੰਨੇ ਲੋਕ ਆਤਮਿਕ ਮੌਤੇ ਮਰ ਗਏ, ਸਰੀਰਕ ਤੌਰ ਤੇ ਭਾਵੇਂ ਜਿਉਂਦੇ ਵੀ ਕਿਉਂ ਨਾ ਹੋਣ। ਖੱਖਾ ਖਿਰਤ ਖਪਤ ਗਏ ਕੀਤੇ, ਆਤਮਿਕ ਮੌਤੇ ਮਰਦਿਆਂ ਮਰਦਿਆਂ ਕਿੰਨੇ ਲੋਕ ਮਰੀ ਜਾਂਦੇ ਨੇ, ਮਨੁੱਖਾ ਜ਼ਿੰਦਗੀ ਨੂੰ ਖਰਾਬ ਕਰੀ ਜਾਂਦੇ ਨੇ। ਅਨੇਕਾਂ ਲੋਕ ਮਰ ਗਏ, ਆਪਣੀ ਜੀਵਨ ਨੂੰ ਗਾਲ ਕੇ ਚਲੇ ਗਏ। ਤਾਂ ਹੀ ਬਾਬਾ ਫਰੀਦ ਜੀ ਨੇ ਕਹਿ ਦਿੱਤਾ, ਜੋਬਨ ਜਾਂਦੇ ਨਾ ਡਰਾਂ, ਜੇ ਸ਼ੈ ਪ੍ਰੀਤ ਨਾ ਜਾਏ। ਫਰੀਦਾ ਕਿੱਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ। ਲੋਕ ਕਿੰਨੀਆਂ ਜਵਾਨੀਆਂ ਗਾਲ ਕੇ ਚਲੇ ਗਏ, ਕਿੰਨਿਆਂ ਦੇ ਬੁਢਾਪੇ ਸੁੱਕ ਗਏ, ਪਰ ਉਹਨਾਂ ਦੀ ਇਨਸਾਨੀਅਤ
ਸਰੀਰ ਇਨਸਾਨਾਂ ਵਾਲਾ ਰਿਹਾ, ਕੰਮ ਇਨਸਾਨਾਂ ਵਾਲੇ ਨਾ ਰਹੇ। ਉਹ ਆਤਮਕ ਮੌਤ ਤੇ ਮਰਦੇ ਚਲੇ ਗਏ। ਖਿਰਤ ਖਪਤ ਅਜਹੂਨੈ ਚੇਤੇ। ਜੇ ਇੱਥੇ ਸਰੀਰ ਦੇ ਮਰਨ ਦੀ ਗੱਲ ਹੁੰਦੀ ਵੀ ਸਰੀਰ ਕਰਕੇ ਮਰ ਗਏ, ਫਿਰ ਅੱਗੋਂ ਇਹ ਨਹੀਂ ਸੀ ਆਣਾ ਵੀ ਅਜਹੂਨੈ ਚੇਤੇ, ਅਜੇ ਵੀ ਨਹੀਂ ਚੇਤੇ ਕਰ ਰਹੇ। ਜਿਹੜੇ ਮਾਰੀ ਗਏ ਉਹਨੂੰ ਕੀ ਯਾਦ ਕਰੇਗਾ? ਇੱਥੇ ਜਿਉਂਦੇ ਬੰਦੇ ਦੀ ਗੱਲ ਚੱਲ ਰਹੀ ਹੈ, ਜਿਹਦੇ ਅੰਦਰੋਂ ਇਨਸਾਨੀਅਤ ਥੋੜੀ ਥੋੜੀ ਮਰ ਰਹੀ ਹੈ, ਖਿਰ ਰਹੀ ਹੈ। ਜਿਨ੍ਹਾਂ ਦੇ ਅੰਦਰੋਂ ਥੋੜੀ ਥੋੜੀ ਮਨੁੱਖਤਾ ਖਤਮ ਹੁੰਦੀ ਚਲੀ ਜਾ ਰਹੀ ਹੈ, ਅਜੇ ਵੀ ਉਹਨਾਂ ਨੂੰ ਚੇਤੇ ਨਹੀਂ ਆਉਂਦਾ। ਖਿਰਤ ਮੈਨੇ ਖੁਰਦਿਆਂ ਖੁਰਦਿਆਂ, ਨਾਸ਼ ਹੁੰਦਿਆਂ ਹੁੰਦਿਆਂ, ਖਪਤ ਖਪਦਿਆਂ ਖਪਦਿਆਂ, ਅਜੂ ਅਜੇ ਵੀ ਨਹੀਂ, ਨਹਿ ਚੇਤੇ ਅਜੇ ਵੀ ਚੇਤਦਾ ਨਹੀਂ ਹੈ, ਅਜੇ ਵੀ ਚੇਤੇ ਨਹੀਂ ਕਰਦਾ। ਖਪਦਿਆਂ ਖਪਦਿਆਂ ਅਜੇ ਵੀ ਰੱਬ ਦੇ ਗੁਣਾਂ ਨੂੰ ਚੇਤੇ ਨਹੀਂ ਕਰ ਰਿਹਾ। ਇਨਸਾਨੀਅਤ ਖਤਮ ਹੁੰਦੀ ਜਾਂਦੀ ਹੈ, ਔਰ ਖਤਮ ਹੁੰਦੀ ਜਾਂਦੀ ਹੈ। ਖਤਮ ਹੁੰਦਿਆਂ ਹੁੰਦਿਆਂ ਵੀ ਅਜੇ ਵੀ ਚੇਤੇ ਨਹੀਂ ਕਰ ਰਿਹਾ, ਅਜੇ ਵੀ ਰੱਬ ਦੇ ਗੁਣ ਨੂੰ ਯਾਦ ਨਹੀਂ ਆ ਰਹੇ। ਇਨਸਾਨੀਅਤ ਖਤਮ ਹੁੰਦੀ ਹੁੰਦੀ ਖਤਮ ਹੋ ਗਈ। ਆਤਮਿਕ ਆਨੰਦ ਤੋਂ ਵਾਂਝਾ ਰਹਿੰਦਾ ਰਹਿੰਦਾ ਰਹਿ ਗਿਆ। ਆਤਮਿਕ ਸੁੱਖ ਤੋਂ ਵਿਹੂਣਾ ਰਹਿੰਦਿਆਂ ਰਹਿੰਦਿਆਂ ਰਹਿ ਗਿਆ। ਲੇਕਿਨ ਅਜੇ ਵੀ ਸ਼ੁਭ ਗੁਣਾਂ ਦੇ ਨਾਲ ਜੁੜ ਨਹੀਂ ਰਿਹਾ। ਇਹਦੀ ਸੂਰਤ ਅਜੇ ਵੀ ਨਹੀਂ ਤੁਹਾਨੂੰ ਸੂਰਤ ਆਈ, ਅਜੇ ਵੀ ਚੇਤੇ ਨਹੀਂ ਆਇਆ। ਦੇਖੋ ਕਿੰਨੇ ਲੋਕ ਹਰ ਰੋਜ਼ ਆਤਮਿਕ ਮੌਤੇ ਮਰ ਰਹੇ ਨੇ, ਔਰ ਬੰਦਾ ਵੇਖ ਰਿਹਾ ਹੈ ਕਿ ਇਸ ਬੰਦੇ ਦੀ ਜ਼ਿੰਦਗੀ ਜਿਹੜੀ ਹੈ ਨਾ ਔਗਣਾ ਕਰਕੇ ਬਰਬਾਦ ਹੋ ਰਹੀ ਹੈ। ਇਹਦੀਆਂ ਬੁਰੀਆਂ ਆਦਤਾਂ ਕਰਕੇ ਇਹਦਾ ਜੀਵਨ ਬਰਬਾਦ ਹੋ ਰਿਹਾ ਹੈ। ਲੋਕ ਦੇਖਦੇ ਨੇ ਕਿ ਬੁਰੀਆਂ ਆਦਤਾਂ ਕਰਕੇ ਇਹਨਾਂ ਦਾ ਜੀਵਨ ਜਿਹੜਾ ਉਹ ਬਰਬਾਦ ਹੋ ਰਿਹਾ ਵੈ, ਪਰ ਫਿਰ ਵੀ ਉਹ ਆਪਣੇ ਇਹਨਾਂ ਚੀਜ਼ਾਂ ਨੂੰ ਚੇਤੇ ਨਹੀਂ ਕਰਦੇ, ਯਾਦ ਨਹੀਂ ਕਰਦੇ, ਹਰ ਰੋਜ਼ ਮਰ ਰਹੇ ਹੈ। ਸ਼ਰਲਕ ਹੋਮਸ ਦਾ ਇੱਕ ਨਾ ਕੋਟ ਹੈ ਕਿ ਦੁਨੀਆ ਜਿਹੜੀ ਹੈ ਸਪਸ਼ਟ ਚੀਜ਼ਾਂ ਨਾਲ ਭਰੀ ਪਈ ਹੈ। ਇਹ ਜਿਹੜਾ ਸੰਸਾਰ ਹੈ, ਇਹ ਜਿਹੜਾ ਜਗਤ ਹੈ, ਬਿਲਕੁਲ ਸਪਸ਼ਟ ਚੀਜ਼ਾਂ ਨਾਲ ਭਰਿਆ ਪਿਆ ਹੈ, ਜਿਹਨੂੰ ਕੋਈ ਵੀ ਤੇ ਕਦੀ ਵੀ ਨਹੀਂ ਦੇਖਦਾ। ਯਾਨੀ ਜੋ ਕੁਝ ਸਾਡੇ ਚਾਰੋਂ ਤਰਫ ਸਾਫ਼-ਸਾਫ਼ ਹੋ ਰਿਹਾ ਹੈ, ਅਕਸਰ ਸਾਡੀ ਨਜ਼ਰ ਵਿੱਚ ਨਹੀਂ ਚੜਦਾ, ਸਾਡੇ ਦਿਮਾਗ 'ਚ ਨਹੀਂ ਜਾਂਦਾ। ਜੋ ਜੋ ਅਸੀਂ ਦੇਖ ਰਹੇ ਹਾਂ ਸਾਫ਼-ਸਾਫ਼ ਸਾਡੇ ਸਾਹਮਣੇ ਵਿਆਪ ਰਿਹਾ, ਵਾਪਰ ਰਿਹਾ ਸਾਰਾ ਕੁਝ, ਪਰ ਉਹਦੇ ਵੱਲ ਸਾਡਾ ਧਿਆਨ ਨਹੀਂ ਜਾਂਦਾ। ਸਾਡਾ ਧਿਆਨ ਤੇ ਕਲਪਨਾ ਦੀ ਦੁਨੀਆ ਵੱਲ ਜਾਂਦਾ ਹੈ। ਸਾਡਾ ਧਿਆਨ ਤੇ ਉਹਨਾਂ ਚੀਜ਼ਾਂ ਵੱਲ ਜਾਂਦਾ ਜਿਹੜੀਆਂ ਐਗਜ਼ਿਸਟ ਹੀ ਨਹੀਂ ਕਰਦੀਆਂ। ਪਰ ਜੋ ਦੁਨੀਆ ਸਪਸ਼ਟ ਚੀਜ਼ਾਂ ਨਾਲ ਭਰੀ ਪਈ ਹੈ, ਜੋ ਚਾਰੋਂ ਤਰਫ ਸਾਫ਼-ਸਾਫ਼ ਹੋ ਰਿਹਾ ਹੈ, ਉਹਨੂੰ ਕੋਈ ਵੀ ਨਹੀਂ ਦੇਖਦਾ, ਕਦੀ ਵੀ ਨਹੀਂ ਦੇਖਦਾ। ਉਹ ਚੀਜ਼ਾਂ ਸਾਡੇ ਦਿਮਾਗ ਅੰਦਰ ਜਾਂਦੀਆਂ ਹੀ ਨਹੀਂ ਹਨ। ਖਿਰਤ ਖਪਤ ਅਜੂਨ ਚੇਤੇ। ਬੰਦਾ ਦੇਖ ਰਿਹਾ ਵੀ ਕਿੰਨੇ ਲੋਕਾਂ ਦੀ ਔਗਣਾ ਕਰਕੇ ਜ਼ਿੰਦਗੀ ਬਰਬਾਦ ਹੋ ਰਹੀ ਹੈ, ਅੱਖਾਂ ਨਾਲ ਵੇਖ ਰਿਹਾ, ਫਿਰ ਵੀ ਚੇਤੇ ਨਹੀਂ ਕਰ ਰਿਹਾ। ਉਹਨੂੰ ਪਤਾ ਵੀ ਫਲਾਣੇ ਦੇ ਘਰ ਦੇ ਵਿੱਚ ਰੋਜ਼ ਲੜਾਈ ਝਗੜਾ ਕਲੇਸ਼ ਹੈ, ਔਰ ਕਲੇਸ਼ ਹੈ ਸ਼ਰਾਬ ਕਰਕੇ। ਬੰਦਾ ਸ਼ਰਾਬ ਛੱਡ ਨਹੀਂ ਰਿਹਾ। ਉਹਨੂੰ ਦੇਖ ਰਿਹਾ ਵੀ ਸ਼ਰਾਬ ਕਰਕੇ ਉਹਦੇ ਘਰ ਰੋਜ਼ ਲੜਾਈ ਝਗੜਾ ਹੋ ਜਾਂਦਾ ਹੈ, ਕਲੇਸ਼ ਖੜਾ ਹੋ ਜਾਂਦਾ ਹੈ, ਪਰ ਇਹ ਬੰਦਾ ਉਹਦੇ ਵੱਲ ਦੇਖ ਕੇ ਆਪਣੀ ਸ਼ਰਾਬ ਨਹੀਂ ਛੱਡ ਰਿਹਾ, ਆਪਣੇ ਨਸ਼ੇ ਨਹੀਂ ਛੱਡ ਰਿਹਾ। ਉਹ ਦੇਖ ਰਿਹਾ ਵੀ ਫਲਾਣੇ ਬੰਦੇ 'ਚ ਕ੍ਰੋਧ ਬੜਿਆ, ਆਏ ਦਿਨ ਘਰੇ ਲੜਾਈ ਝਗੜਾ ਕਲੇਸ਼ ਖੜਾ ਕਰੀ ਰੱਖਦਾ ਹੈ। ਉਸ ਬੰਦੇ ਵੱਲ ਦੇਖ ਕੇ ਇਹ ਚੇਤਦਾ ਨਹੀਂ ਹੈ ਕਿ ਮੈਂ ਵੀ ਆਪਣਾ ਕ੍ਰੋਧ ਛੱਡ ਸਕਦਾ, ਪਰ ਮੈਂ ਛੱਡ ਨਹੀਂ ਰਿਹਾ। ਦੇਖ ਕੇ ਵੀ ਚੇਤੇ ਨਹੀਂ ਆਉਂਦਾ। ਦੇਖ ਕੇ ਵੀ ਕਿ ਫਲਾਣਾ ਬੰਦਾ ਔਗਣਾ ਕਰਕੇ ਜ਼ਿੰਦਗੀ ਬਰਬਾਦ ਕਰ ਰਿਹਾ, ਅੱਖਾਂ ਨਾਲ ਵੇਖ ਰਿਹਾ, ਲੇਕਿਨ ਫਿਰ ਵੀ ਉਹ ਰੱਬੀ ਗੁਣਾਂ ਨੂੰ ਚੇਤਦਾ ਨਹੀਂ ਹੈ। ਜਾਂ ਬੰਦੇ ਨੂੰ ਆਪ ਪਤਾ ਹੈ ਵੀ ਮੇਰੇ ਇਸ ਔਗਣ ਕਰਕੇ, ਮੇਰੀ ਇਸ ਬੁਰੀ ਆਦਤ ਦੇ ਕਰਕੇ ਘਰ ਵਿੱਚ ਲੜਾਈ ਝਗੜਾ ਕਲੇਸ਼ ਰਹਿੰਦਾ ਹੈ, ਪਰ ਉਹ ਆਪਣੀ ਬੁਰੀ ਆਦਤ ਛੱਡਣ ਨੂੰ ਤਿਆਰ ਨਹੀਂ। ਉਹਨੂੰ ਪਤਾ ਵੀ ਮੇਰੀ ਇਸ ਬੁਰੀ ਆਦਤ ਦੇ ਕਰਕੇ ਸਮਾਜ ਵਿੱਚ ਮੇਰੀ ਬਦਨਾਮੀ ਹੋ ਰਹੀ ਹੈ, ਮੇਰਾ ਅਪਮਾਨ ਹੋ ਰਿਹਾ, ਫਿਰ ਵੀ ਛੱਡਣ ਨੂੰ ਤਿਆਰ ਨਹੀਂ। ਅਜੂ ਨਾ ਚੇਤੇ, ਅਜੇ ਵੀ ਚੇਤੇ ਨਹੀਂ ਕਰਦਾ ਕਿ ਅਜੇ ਵੀ ਮੈਂ ਰੱਬ ਦੇ ਗੁਣਾਂ ਨਾਲ ਜੁੜ ਜਾਵਾਂ, ਅਜੇ ਵੀ ਮੈਂ ਸੱਚ ਨਾਲ ਜੁੜ ਜਾਵਾਂ। ਆਮ ਜਨਤਾ, ਆਮ ਲੋਕ ਇਹ ਗੱਲ ਕਹਿ ਰਹੇ ਨੇ ਕਿ ਸੱਚ ਬੋਲਣਾ ਚਾਹੀਦਾ ਜੀ, ਪਰ ਬੋਲ ਕੌਣ ਰਿਹਾ? ਕਹਿ ਤੇ ਸਾਰੇ ਰਹੇ ਨੇ ਕਿ ਸਾਰਿਆਂ ਨੂੰ ਜੀ ਇੱਕ ਦੂਜੇ ਨਾਲ ਪ੍ਰੇਮ ਨਾਲ ਰਹਿਣਾ ਚਾਹੀਦਾ ਹੈ, ਪਰ ਪ੍ਰੇਮ ਨਾਲ ਰਹਿ ਕੌਣ ਰਿਹਾ? ਪ੍ਰੈਕਟੀਕਲ ਤੇ ਕੋਈ ਵੀ ਨਹੀਂ ਕਰ ਰਿਹਾ। ਹਰ ਕੋਈ ਕਹਿ ਰਿਹਾ ਵੀ ਝੂਠ ਨਾਲ ਜ਼ਿੰਦਗੀ ਤਬਾਹ ਹੋ ਜਾਂਦੀ ਹੈ, ਘਰ ਤਬਾਹ ਹੋ ਜਾਂਦੇ ਨੇ, ਝੂਠ ਨਹੀਂ ਬੋਲਣਾ ਚਾਹੀਦਾ, ਪਰ ਝੂਠ ਛੱਡ ਕੌਣ ਰਿਹਾ? ਪਾਪ ਕਰਨ ਦੇ ਨਾਲ ਅਸੀਂ ਆਤਮਿਕ ਤੌਰ ਤੇ ਦੁਖੀ ਹੋ ਜਾਂਦੇ ਹਾਂ, ਪਰ ਪਾਪ ਛੱਡ ਕੌਣ ਰਿਹਾ? ਹਾਂ, ਬੰਦਾ ਕਹਿ ਤੇ ਰਿਹਾ ਇਹ ਗੱਲ, ਪਰ ਕਹਿੰਦੇ ਹੋਏ ਨਾ ਗੁਣਾਂ ਨੂੰ ਚੇਤੇ ਹੀ ਨਹੀਂ ਕਰ ਰਿਹਾ। ਇਹਨੂੰ ਕਹਿੰਦੇ ਨੇ ਖਿਰਤ ਖਪਤ ਅਜਹੂ ਨਾ ਚੇਤੇ। ਧਰਮ ਗ੍ਰੰਥਾਂ ਦੀ ਵਿਚਾਰ ਜਿਵੇਂ ਅਸੀਂ ਵੀ ਕਰ ਰਹੇ ਹਾਂ, ਧਰਮ ਗ੍ਰੰਥਾਂ ਦੀ ਬੰਦਾ ਵਿਚਾਰ ਤੇ ਕਰ ਰਿਹਾ ਹੈ, ਪਰ ਧਰਮ ਗ੍ਰੰਥਾਂ ਦੀ ਵਿਚਾਰ ਕਰਕੇ
ਉਹਨੂੰ ਪ੍ਰੈਕਟੀਕਲ ਨਹੀਂ ਕਰ ਰਿਹਾ। ਹੁਣ ਇੱਕ ਬੰਦਾ ਉਹ ਹੈ ਜਿਹਨੇ ਡਾਈਟ ਦੇ ਨਾਲ ਸੰਬੰਧਿਤ ਬੜੀਆਂ ਕਿਤਾਬਾਂ ਪੜ੍ਹੀਆਂ। ਸਾਨੂੰ ਸੰਤੁਲਿਤ ਭੋਜਨ ਖਾਣਾ ਚਾਹੀਦਾ ਹੈ, ਤੱਤਾਂ ਨਾਲ ਭਰਪੂਰ ਪੌਸ਼ਟਿਕ ਭੋਜਨ ਕਰਨਾ ਚਾਹੀਦਾ ਹੈ, ਹਰੀਆਂ ਸਬਜ਼ੀਆਂ, ਤਾਜ਼ੇ ਫਲ ਖਾਣੇ ਚਾਹੀਦੇ ਨੇ, ਮੌਸਮੀ ਫਲ ਖਾਣੇ ਚਾਹੀਦੇ ਨੇ। ਉਹ ਪੜ੍ਹ ਤੇ ਰਿਹਾ ਹਜ਼ਾਰਾਂ ਕਿਤਾਬਾਂ, ਪਰ ਉਹ ਕਰ ਨਹੀਂ ਰਿਹਾ। ਹੁਣ ਇੱਕ ਬੰਦਾ ਵਧੀਆ ਡਾਈਟ ਪਲਾਨ ਦੀਆਂ 10-20 ਕਿਤਾਬਾਂ ਪੜ੍ਹ ਰਿਹਾ ਹੈ ਤੇ ਦੂਜਾ ਬੰਦਾ ਮੌਸਮੀ ਫਲ, ਹਰੀਆਂ ਸਬਜ਼ੀਆਂ ਖਾ ਰਿਹਾ ਹੈ। ਹੁਣ ਦੋਨਾਂ ਵਿੱਚੋਂ ਲਾਭ ਕਿਹਨੂੰ ਹੋਏਗਾ? ਲਾਭ ਤੇ ਉਹਨੂੰ ਹੋਏਗਾ ਨਾ ਜਿਹੜਾ ਪ੍ਰੈਕਟੀਕਲ ਕਰ ਰਿਹਾ ਹਨ। ਇੱਕ ਬੰਦਾ ਸਿਰਫ ਪੜ੍ਹ ਰਿਹਾ ਕਿ ਇਦਾਂ ਦੀ ਡਾਈਟ ਹੋਣੀ ਚਾਹੀਦੀ, ਬੰਦਾ ਤੰਦਰੁਸਤ ਰਹਿੰਦਾ ਜੀ। ਮੈਂ ਡਾਈਟ ਪਲਾਨ ਦੀ ਆ ਵੀ ਕਿਤਾਬ ਪੜ੍ਹ ਲਈ, ਆਰਗੈਨਿਕ ਫੂਡ ਦੀ ਆ ਵੀ ਕਿਤਾਬ ਪੜ੍ਹ ਲਈ, ਹਰੀਆਂ ਤਾਜ਼ੀਆਂ ਸਬਜ਼ੀਆਂ, ਮੌਸਮੀ ਫਲ ਖਾਣੇ ਚਾਹੀਦੇ ਨੇ, ਮੈਂ ਆ ਵੀ ਚੀਜ਼ ਪੜ੍ਹ ਲਈ, ਮੈਂ ਤਾਂ ਜੀ 20 ਕਿਤਾਬਾਂ ਪੜ੍ਹ ਲਈਆਂ। ਤੇ ਦੂਜੇ ਪਾਸੇ ਇੱਕ ਬੰਦਾ ਹੈ ਜਿਹੜਾ ਸੱਚਮੁੱਚ ਆਰਗੈਨਿਕ ਫੂਡ ਖਾ ਰਿਹਾ ਹੈ, ਹਰੀਆਂ ਸਬਜ਼ੀਆਂ, ਮੌਸਮੀ ਫਲ ਖਾ ਰਿਹਾ ਹੈ, ਉਹ ਪੌਸ਼ਟਿਕ ਤੱਤਾਂ ਨਾਲ ਭਰਪੂਰ ਭੋਜਨ ਕਰ ਰਿਹਾ ਹੈ। ਹੁਣ ਦੋਨਾਂ ਵਿੱਚੋਂ ਕਿਹੜਾ ਲਾਭਦਾਇਕ ਹੈ? ਦੋਨਾਂ ਵਿੱਚੋਂ ਕਿਹੜਾ ਜਿਹੜਾ ਅਸਲੀ ਜ਼ਿੰਦਗੀ ਜੀ ਰਿਹਾ ਹੈ? ਉਹੀ ਨਾ ਜਿਹੜਾ ਖਾ ਰਿਹਾ ਹੈ। ਇੱਕ ਸਿਰਫ ਪੜ੍ਹ ਰਿਹਾ ਹੈ, ਦੂਜਾ ਉਹਨੂੰ ਪ੍ਰੈਕਟੀਕਲ ਕਰ ਰਿਹਾ ਹੈ। ਹੁਣ ਅਸੀਂ ਪੜ੍ਹਦੇ ਹਾਂ, ਪਰ ਅਸੀਂ ਜਦੋਂ ਪ੍ਰੈਕਟੀਕਲ ਨਹੀਂ ਕਰਦੇ ਹਾਂ ਫਿਰ ਸਾਡੀ ਇਹ ਹਾਲਤ ਹੋ ਜਾਂਦੀ ਹੈ ਕਿ ਖਿਰਤ ਖਪਤ ਅਜੂਨ ਹੈ ਚੇਤੇ। ਪੜ੍ਹ ਰਹੇ ਹਾਂ ਵੀ ਕ੍ਰੋਧ ਮਾੜਾ ਹੁੰਦਾ ਜੀ, ਪਰ ਪ੍ਰੈਕਟੀਕਲ ਜ਼ਿੰਦਗੀ 'ਚ ਕ੍ਰੋਧ ਛੱਡ ਨਹੀਂ ਰਹੇ ਹਾਂ। ਪੜ੍ਹਦੇ ਹਾਂ ਵੀ ਝੂਠ ਮਾੜਾ ਹੁੰਦਾ ਹੈ, ਪਰ ਝੂਠ ਬੋਲਦੇ ਜਾਂਦੇ ਹਾਂ। ਪੜ੍ਹਦੇ ਤੇ ਅਸੀਂ ਰੋਜ਼ ਆ ਕਿ ਸੱਚ ਬੋਲਣਾ ਚਾਹੀਦਾ ਹੈ, ਪ੍ਰੇਮ ਕਰਨਾ ਚਾਹੀਦਾ ਹੈ, ਕਹਿ ਤੇ ਰਹੇ ਹਾਂ ਦੂਜੇ 'ਚੋਂ ਰੱਬ ਦੇਖਣਾ ਚਾਹੀਦਾ ਹੈ, ਪਰ ਅਸੀਂ ਦੂਜੇ 'ਚ ਰੱਬ ਦੇਖ ਨਹੀਂ ਰਹੇ ਹਾਂ। ਦੂਜੇ ਤੋਂ ਅਸੀਂ ਜਾਂ ਮਿੱਤਰ ਦੇਖਦੇ ਹਾਂ ਜਾਂ ਅਸੀਂ ਦੁਸ਼ਮਣ ਦੇਖਦੇ ਹਾਂ, ਆਪਣਾ ਦੇਖਦੇ ਹਾਂ ਜਾਂ ਅਸੀਂ ਬੇਗਾਨਾ ਦੇਖਦੇ ਹਾਂ। ਪੜ੍ਹਦੇ ਤੇ ਹਾਂ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਪਰ ਪ੍ਰੈਕਟੀਕਲ ਨਹੀਂ ਕਰ ਰਹੇ। ਦੂਜੇ 'ਚ ਅਸੀਂ ਦੇਖਦੇ ਹਾਂ ਕਿ ਇਹ ਤੇ ਜੀ ਮੇਰਾ ਵਿਰੋਧੀ ਹੈ, ਆਹ ਮੇਰਾ ਮਿੱਤਰ ਹੈ। ਅੰਦਰ ਨਫ਼ਰਤ, ਈਰਖਾ, ਵੈਰ ਵਿਰੋਧ ਭਰੇ ਪਏ ਨੇ। ਤੇ ਬਾਣੀ 'ਚ ਅਸੀਂ ਪੜ੍ਹਦੇ ਹਾਂ ਕਿ ਏਕ ਪਿਤਾ ਏਕਸ ਕੇ ਹਮ ਬਾਰਕ, ਸਾਰੇ ਮੇਰੇ ਭੈਣ ਭਰਾ ਨੇ, ਅਸੀਂ ਰੱਬ ਦੇ ਬੱਚੇ ਹਾਂ। ਪ੍ਰੈਕਟੀਕਲ ਨਹੀਂ ਕਰ ਰਹੇ ਹਾਂ। ਭਾਵ ਆਮ ਆਦਮੀ ਜਿਹੜਾ ਹੈ ਇਹ ਗੱਲਾਂ ਕਰਤੇ ਰਿਹਾ ਹੈ, ਪੜ੍ਹ ਰਿਹਾ ਹੈ, ਵਿਚਾਰ ਰਿਹਾ ਹੈ ਕਿ ਸ਼ੁਭ ਗੁਣਾਂ ਅਨੁਸਾਰ ਜ਼ਿੰਦਗੀ ਜਿਉਣੀ ਚਾਹੀਦੀ ਹੈ, ਪਰ ਇਹਨਾਂ ਗੁਣਾਂ ਨੂੰ ਚੇਤੇ ਨਹੀਂ ਕਰ ਰਿਹਾ, ਜ਼ਿੰਦਗੀ 'ਚ ਪ੍ਰੈਕਟੀਕਲ ਨਹੀਂ ਕਰ ਰਿਹਾ। ਇਹਨੂੰ ਕਹਿੰਦੇ ਨੇ ਖਿਰਤ ਖਪਤ ਅਜੂਨ ਹੈ ਚੇਤੇ। ਆਤਮਿਕ ਤੌਰ ਤੇ ਮਰੀ ਜਾਂਦਾ ਹੈ, ਰੋਜ਼ ਇਹਦੀ ਇਨਸਾਨੀਅਤ ਖੁਰੀ ਚਲੀ ਜਾਂਦੀ ਹੈ, ਖਪੀ ਚਲਾ ਜਾਂਦਾ ਹੈ, ਪਰ ਅਜੇ ਵੀ ਉਹਨਾਂ ਰੱਬੀ ਗੁਣਾਂ ਨੂੰ ਚੇਤੇ ਨਹੀਂ ਕਰ ਰਿਹਾ। ਅਬ ਜਗ ਜਾਨ ਜੋ ਮਨਾ ਰਹਿ, ਅਬ ਤੇ ਥੋੜਾ ਜਿਹਾ ਰੁਕਣਾ। ਅਬ ਮੈਨੇ ਹੁਣ, ਜਗ ਜਾਨ, ਜਗ ਜਾਨ, ਜਗ ਜਾਨ ਮੈਨੇ ਜਾਣ ਕੇ, ਸਮਝ ਕੇ, ਜਗਤ ਜਾਣ ਕੇ, ਜਗਤ ਦੀ ਅਸਲੀਅਤ ਨੂੰ ਜਾਣ ਕੇ। ਇੱਥੇ ਜਗਤ ਵਿੱਚ ਪਾਠ ਨਹੀਂ ਹੋਏਗਾ। ਜੇ ਜਗਤ ਵਿੱਚ ਅਰਥ ਹੁੰਦਾ ਫਿਰ ਗੱਗੇ ਨੂੰ ਸਿਆਰੀ ਆਣੀ ਸੀ। ਇਹ ਜਗਤ ਵਿੱਚ ਨਹੀਂ, ਇੱਥੇ ਜਗਤ ਇੱਕ ਵਚਨ ਪੁਲਿੰਗ ਨਾਉਨ ਦੀ ਗੱਲ ਚੱਲ ਰਹੀ। ਜਗ ਜਾਨ ਮੈਨੇ ਦੁਨੀਆ ਨੂੰ ਜਾਣ, ਜਗਤ ਦੀ ਅਸਲੀਅਤ ਨੂੰ ਸਮਝ ਕੇ। ਜੋ ਮਨਾ ਰਹੇ, ਜੋ ਮੈਨੇ ਜੇ, ਮਨਾ ਰਹੇ ਮਨ ਰਹਿ ਜਾਏ, ਜੇ ਮਨ ਰਹਿ ਜਾਏ ਜਗਤ ਦੀ ਅਸਲੀਅਤ ਨੂੰ ਜਾਣ ਕੇ, ਜੇ ਮਨ ਟਿਕ ਜਾਏ, ਮਨ ਰਹਿ ਜਾਏ, ਰੁਕ ਜਾਏ, ਟਿਕ ਜਾਏ, ਦੌੜੇ ਨਾ। ਜੇ ਅਜੇ ਵੀ ਬੰਦਾ ਜਗਤ ਦੀ ਅਸਲੀਅਤ ਨੂੰ ਜਾਣ ਲਵੇ ਨਾ ਤੇ ਬੰਦੇ ਦਾ ਮਨ ਟਿਕ ਜਾਏ। ਕੋਈ ਵੀ ਬੰਦਾ ਆਪਣੇ ਮਨ ਨੂੰ ਟਿਕਾ ਲਵੇ ਸਿਰਫ ਦੁਨੀਆ ਦੀ ਅਸਲੀਅਤ ਨੂੰ ਦੇਖ ਕੇ। ਅਸਲੀਅਤ ਤੇ ਸਾਡੇ ਸਾਹਮਣੇ ਹੈ ਪਰ ਅਸੀਂ ਦੇਖ ਨਹੀਂ ਰਹੇ ਹਾਂ। ਜਿਵੇਂ ਮੈਂ ਪਹਿਲਾਂ ਬਚਨ ਕੀਤਾ ਕਿ ਦੁਨੀਆ ਸਪਸ਼ਟ ਚੀਜ਼ਾਂ ਨਾਲ ਭਰੀ ਪਈ ਹੈ ਜਿਹਨੂੰ ਕਦੀ ਵੀ ਕੋਈ ਵੀ ਨਹੀਂ ਦੇਖਦਾ। ਜੋ ਸਾਡੇ ਚਾਰੋਂ ਤਰਫ ਸਾਫ਼-ਸਾਫ਼ ਹੋ ਰਿਹਾ ਹੈ, ਅਸੀਂ ਉਹ ਨਹੀਂ ਦੇਖਦੇ। ਸਾਡੀ ਨਜ਼ਰ, ਸਾਡਾ ਦਿਮਾਗ ਉਸ ਪਾਸੇ ਨਹੀਂ ਜਾਂਦਾ। ਅਸੀਂ ਇੱਕ ਵੱਖਰੀ ਕਲਪਨਾ ਦੀ ਦੁਨੀਆ 'ਚ ਜ਼ਿੰਦਗੀ ਜੀਣ ਲੱਗ ਜਾਂਦੇ ਹਾਂ। ਜੋ ਸਪਸ਼ਟ ਨਜ਼ਰ ਆ ਰਿਹਾ ਹੈ ਕਿ ਔਗਣਾਂ ਕਰਕੇ ਮਨੁੱਖਾਂ ਦੀਆਂ ਜ਼ਿੰਦਗੀਆਂ ਤਬਾਹ ਹੋ ਰਹੀਆਂ ਨੇ, ਉਹ ਅਸੀਂ ਦੇਖ ਨਹੀਂ ਰਹੇ ਹਾਂ। ਗੁਣਾਂ ਕਰਕੇ ਮਨੁੱਖਾਂ ਦੀਆਂ ਜ਼ਿੰਦਗੀਆਂ ਸਵਰ ਰਹੀਆਂ ਨੇ, ਉਹ ਅਸੀਂ ਦੇਖ ਨਹੀਂ ਰਹੇ ਹਾਂ। ਅਬ ਹੁਣ ਜਗ ਜਾਨ, ਜਗਤ ਦੀ ਅਸਲੀਅਤ ਨੂੰ ਜਾਣ ਕੇ ਜੋ ਮਨਾ ਰਹੇ, ਜੇ ਮਨ ਰਹਿ ਜਾਏ, ਟਿਕ ਜਾਏ, ਜੇ ਮਨ ਟਿਕਾ ਦੇ ਵਿੱਚ ਆ ਜਾਏ। ਮੰਨੋ ਕਿਸੇ ਗੁਆਂਢੀ ਦੇ ਘਰ ਤਲਾਕ ਹੋ ਗਿਆ ਤੇ ਜਿਸ ਕਾਰਨ ਕਰਕੇ ਹੋ ਗਿਆ ਸਾਨੂੰ ਪਤਾ ਲੱਗ ਗਿਆ ਵੀ ਅਸਲੀਅਤ ਦਾ ਸਾਨੂੰ ਪਤਾ ਹੈ ਕਿ ਇਸ ਕਰਕੇ ਇਸ ਪਤੀ ਪਤਨੀ ਦੇ ਵਿਚਕਾਰ ਤਲਾਕ ਹੋ ਗਿਆ ਹੈ। ਆਹ ਔਗਣ ਸੀ ਤਾਂ ਉਹਨਾਂ ਦੇ ਵਿੱਚ ਵਿੱਥ ਪੈ ਗਈ, ਪਰ ਉਹ ਔਗਣ ਮੇਰੇ ਵਿੱਚ ਵੀ ਮੈਂ ਛੱਡ ਨਹੀਂ ਰਿਹਾ। ਅਸਲੀਅਤ ਤੇ ਮੈਂ ਜਾਣ ਲਈ, ਅਸਲੀਅਤ ਦਾ ਪਤਾ ਲੱਗ ਜਾ ਵੀ ਕਿਸੇ ਦੇ ਘਰ 'ਚ ਕਲੇਸ਼ ਹੈ ਤੇ ਕਿਉਂ ਹੈ,
ਉਸ ਘਰ 'ਚ ਕਲੇਸ਼ ਇਸ ਕਰਕੇ ਕੋਈ ਨਿੰਦਿਆ ਚੁਗਲੀ ਬੜੀ ਹੈ, ਇੱਕ ਦੂਜੇ ਨੂੰ ਮਾੜਾ ਕਿਹਾ ਜਾਂਦਾ ਹੈ, ਹੰਕਾਰ ਹੈ ਉਸ ਪਤੀ ਪਤਨੀ ਵਿੱਚ, ਇੱਕ ਦੂਜੇ ਨੂੰ ਨੀਵਾਂ ਦਿਖਾਉਣਾ ਚਾਹੁੰਦੇ ਨੇ, ਆਪ ਉੱਚਾ ਬਣਨਾ ਚਾਹੁੰਦੇ ਨੇ। ਅਸਲੀਅਤ ਤੇ ਸਾਨੂੰ ਪਤਾ ਹੈ, ਨਜ਼ਰ ਆ ਰਹੀ ਹੈ। ਸਾਡੇ ਸਮਾਜ ਵਿੱਚ ਜੇ ਅਸ਼ਾਂਤੀ ਹੈ, ਦੁੱਖ ਹੈ, ਰਿਸ਼ਵਤਖੋਰੀ ਹੈ, ਪਾਪ ਹੈ, ਜੇ ਦੁੱਖ ਹੈ, ਅਸ਼ਾਂਤੀ ਹੈ, ਅਸਲੀਅਤ ਪਤਾ ਹੈ ਨਾ ਕਿ ਚੋਰੀ ਕਰਕੇ ਹੈ ਜਾਂ ਰਿਸ਼ਵਤਖੋਰੀ ਕਰਕੇ ਹੈ, 2 ਨੰਬਰ ਦੇ ਧੰਦਿਆਂ ਕਰਕੇ ਹੈ, ਜਾਂ ਸਮਾਜ ਵਿੱਚ ਨਸ਼ੇ ਬੜੇ ਫੈਲੇ ਨੇ ਤਾਂ ਕਰਕੇ ਸਾਰੀਆਂ ਸਮੱਸਿਆਵਾਂ ਨੇ। ਅਸਲੀਅਤ ਦਾ ਸਾਨੂੰ ਸਭ ਨੂੰ ਪਤਾ ਹੈ। ਆਪਣੇ ਤੌਰ ਤੇ ਮੈਨੂੰ ਅਸਲੀਅਤ ਦਾ ਪਤਾ ਕਿ ਮੈਂ ਝੂਠ ਬੋਲਦਾ ਵਾਂ, ਆਪਣੇ ਤੌਰ ਤੇ ਮੈਨੂੰ ਅਸਲੀਅਤ ਦਾ ਪਤਾ ਕਿ ਮੈਂ ਲੜਾਈ ਝਗੜੇ ਕਰਦਾ ਵਾਂ, ਮੈਂ ਕ੍ਰੋਧ ਕਰਦਾ। ਪਰ ਜੇ ਕੋਈ ਇਸ ਅਸਲੀਅਤ ਨੂੰ ਜਾਣ ਲਵੇ, ਮੈਨੇ ਸਮਝ ਲਵੇ, ਜੇ ਕੋਈ ਜਗਤ ਦੀ ਇਸ ਅਸਲੀਅਤ ਨੂੰ ਜਾਣ ਲਵੇ, ਭਾਵ ਸਮਝ ਜਾਏ ਕਿ ਸੱਚਮੁੱਚ ਇਹਨਾਂ ਔਗਣਾਂ ਕਰਕੇ ਹੀ ਦੁੱਖ, ਰੋਗ, ਕਲੇਸ਼, ਪਾਪ, ਵਿਕਾਰ, ਝਗੜੇ ਆਦਿ ਹਨ, ਫਿਰ ਮਨ ਟਿਕ ਜਾਏ, ਫਿਰ ਅਸੀਂ ਆਪਣੇ ਮਨ ਨੂੰ ਗੁਣਾਂ ਨਾਲ ਜੋੜ ਲਈਏ, ਫਿਰ ਅਸੀਂ ਇਹਨਾਂ ਔਗਣਾਂ ਤੋਂ ਕਿਨਾਰਾ ਕਰਕੇ ਗੁਣਾਂ ਨਾਲ ਸਾਂਝ ਪਾਈਏ, ਫਿਰ ਸਾਡਾ ਮਨ ਟਿਕ ਜਾਏ। ਜਿਸ ਦਿਨ ਸਾਨੂੰ ਜਗਤ ਦੀ ਅਸਲੀਅਤ ਨਜ਼ਰ ਆ ਜਾਏਗੀ ਕਿ ਇਸ ਜਗਤ ਵਿੱਚ ਦੁੱਖ ਕਿਉਂ ਨੇ, ਇਹਨਾਂ ਔਗਣਾਂ ਕਰਕੇ ਨੇ, ਉਦੋਂ ਅਸੀਂ ਆਪਣੇ ਮਨਾਂ ਨੂੰ ਉਹਨਾਂ ਔਗਣਾਂ ਤੋਂ, ਆਪਣੇ ਮਨ ਨੂੰ ਰੋਕ ਲਵਾਂਗੇ। ਮਨ ਰਹਿ ਜਾਏਗਾ, ਰੁਕ ਜਾਏਗਾ। ਜਦੋਂ ਪਤਾ ਚੱਲ ਜਾਏਗਾ ਇਸ ਜਗਤ ਵਿੱਚ ਸੁੱਖ ਸ਼ਾਂਤੀ ਇਹਨਾਂ ਗੁਣਾਂ ਕਰਕੇ ਹੈ, ਪ੍ਰੇਮ ਕਰਕੇ ਹੈ, ਦਇਆ ਕਰਕੇ ਦੁਨੀਆ ਵਿੱਚ ਸੁੱਖ ਹੈ, ਧਰਮ ਕਰਕੇ ਦੁਨੀਆ ਵਿੱਚ ਸੁੱਖ ਹੈ, ਇਸ ਜਗਤ ਵਿੱਚ ਸੱਚ ਕਰਕੇ ਸੁੱਖ ਹੈ, ਤੇ ਉਦੋਂ ਸਾਡਾ ਮਨ ਇਹਨਾਂ ਗੁਣਾਂ 'ਚ ਟਿਕ ਜਾਏਗਾ। ਅਬ ਜਗ ਜਾਨ ਜੋ ਮਨਾ ਰਹਿ, जह का बिछड़ा तह फिर लहै, जह का बिछड़ा तह फिर लहै। फिर मैंने फिरता टिकाओ, जह का मैंने जिस प्रभु तो विछड़िया होया, जह मैंने जिस प्रभु का मैंने तो विछड़िया होया, जह का बिछड़ा जिस प्रभु तो विछड़िया होया है, तह फिर लहै, तह मैंने उसे विच, फिर मैंने थिरता टिका, लहै मैंने प्राप्त कर लेगा। जिस प्रभु तो विछड़िया उस प्रभु च मिल जाएगा। भाव जे जगत की असलीयत नूं समझ के कोई बंदा अपने मन नूं रब्बी गुणां च टिका लवे, तां ओ जिस प्रभु तो विछड़िया है उहदे विच मिल जाएगा। अब जग जान जो मना रहे, जह का बिछड़ा तह थिर रहे, जह का बिछड़ा तह थिर लहे। जे जगत की असलीयत नूं जान के अपने मन नूं बंदा प्रभु दे गुणां विच टिका लवे, रब्बी हुकमां च चल पवे, रब दी रज़ा दे विच आ जाए, उदों वो जिस रब नालों विछड़िया है ते उस रब च उसे च मिल जाएगा। मन जे सच नालों टुटिया है ते सच विच मिल सकदा है, जे निमरता नालों टुटिया होया है ते वापस निमरता विच मिल सकदा है, रब वर्गा हो जाएगा। जे दया तो टुटिया है दया विच समा जाएगा, प्रेम तो टुटिया है वो प्रेम विच समा जाएगा। जह का बुछड़ा तैं थिर लहै, जिस प्रभु नालों टुटे है उस प्रभु च समा के उस प्रभु वर्गा हो जाएगा, रब वर्गा हो जाएगा। फिर इहदे ते प्रभु च अभेदता नहीं रहेगी, अभेद हो जाएगा। 44 बंद तक भगत कबीर जी इत्थों तक उपदेश कर रहे ने। 45वें ਬੰਦ ਦੇ ਵਿੱਚ ਭਗਤ ਜੀ ਹੁਣ ਸਾਰੀ ਇਸ ਬਾਣੀ ਦਾ ਇੱਕ ਸਾਰ ਦੇ ਰਹੇ ਨੇ, ਨਿਚੋੜ ਪੇਸ਼ ਕਰ ਰਹੇ ਨੇ, ਜੋ ਸਾਰੀ ਬਾਣੀ ਦਾ ਸੈਂਟਰਲ ਆਈਡੀਆ ਹੈ, ਜੋ ਮੋਰਲ ਹੈ ਉਹ ਪੇਸ਼ ਕਰ ਰਹੇ ਨੇ। 52 ਅੱਖਰ ਜੋਰੇ ਆਨ, 52 ਅੱਖਰ ਮੈਨੇ ਸੰਸਕ੍ਰਿਤ ਦੇ 52 ਅੱਖਰ, ਭਾਵ ਜਿੰਨੇ ਵੀ ਅੱਖਰਾਂ ਦੇ ਵਿੱਚ ਅੱਖਰਾਂ ਨਾਲ ਸੰਬੰਧਿਤ ਲਿਪੀਆਂ ਬਣੀਆਂ ਨੇ, ਕੋਈ ਵੀ ਅੱਖਰ ਹੋ ਸਕਦੇ ਨੇ। ਇੱਥੇ ਭਗਤ ਕਬੀਰ ਜੀ ਨੇ 52 ਅੱਖਰਾਂ ਨੂੰ ਚੁਣਿਆ ਹੈ। ਜੋਰੇ ਮੈਨੇ ਜੋੜ ਦਿੱਤੇ, ਆਨ ਮੈਨੇ ਇਕੱਠੇ ਕਰਕੇ, ਭਾਵ ਜੋਰੇ ਆਨ ਇਕੱਠੇ ਕਰਕੇ ਜੋੜ ਦਿੱਤੇ। 52 ਅੱਖਰ ਜੋਰੇ ਆਨ, 52 ਅੱਖਰ ਲਿਆ ਕੇ ਜੋੜ ਦਿੱਤੇ। ਇਹਨਾਂ 52 ਅੱਖਰਾਂ ਨੂੰ ਜੋੜ ਕੇ ਮਨੁੱਖ ਨੇ ਬਹੁਤ ਕੁਝ ਲਿਖਿਆ, ਕਿੰਨੀਆਂ ਕਿਤਾਬਾਂ ਲਿਖ ਦਿੱਤੀਆਂ। ਇਹਨਾਂ 52 ਅੱਖਰਾਂ ਨੂੰ ਜੋੜ ਕੇ ਇੱਕ ਤਰਤੀਬ ਦੇ ਕੇ ਕਿੱਡੇ ਹੀ ਗ੍ਰੰਥ ਲਿਖ ਦਿੱਤੇ। ਇਸ ਜਗਤ ਨੇ ਲਿਪੀਆਂ ਨੂੰ ਵਰਤ ਕੇ ਕਿੰਨੀਆਂ ਹੀ ਪੁਸਤਕਾਂ ਲਿਖ ਦਿੱਤੀਆਂ, ਕਿੰਨੀਆਂ ਹੀ ਕਿਤਾਬਾਂ ਲਿਖ ਦਿੱਤੀਆਂ। ਜਿੰਨੇ ਵੀ ਕਿਤਾਬਾਂ ਨੇ, ਜਿੰਨੀਆਂ ਪੁਸਤਕਾਂ, ਜਿੰਨੇ ਵੀ ਗ੍ਰੰਥ ਨੇ, ਉਹ ਸਭ ਕੁਝ ਅੱਖਰਾਂ ਨਾਲ ਹੀ ਜੋੜ ਕੇ ਲਿਖਿਆ ਹੋਇਆ ਹੈ।
ਉਹ ਇਹਨਾਂ ਅੱਖਰਾਂ ਦੇ ਰਾਹੀਂ ਹੀ ਸਾਰਾ ਕੁਝ ਬਿਆਨ ਕੀਤਾ ਹੋਇਆ। 52 ਅੱਖਰ ਜੋੜੇ ਆਨ, ਇਹਨਾਂ 52 ਅੱਖਰਾਂ ਨੂੰ ਲਿਆ ਕੇ ਜੋੜ ਦਿੱਤਾ, ਬਹੁਤ ਕੁਝ ਲਿਖ ਦਿੱਤਾ। ਇਹਨਾਂ ਅੱਖਰਾਂ ਦੇ ਨਾਲ ਧਰਮ ਗ੍ਰੰਥ ਲਿਖ ਦਿੱਤੇ, ਸਮਾਜਿਕ ਗ੍ਰੰਥ ਲਿਖ ਦਿੱਤੇ, ਭੌਤਿਕ ਗ੍ਰੰਥ ਲਿਖ ਦਿੱਤੇ। ਇਹਨਾਂ ਅੱਖਰਾਂ ਦੇ ਨਾਲ ਰਾਜਨੀਤੀ ਦੇ ਗ੍ਰੰਥ ਲਿਖ ਦਿੱਤੇ, ਸਾਇੰਸ ਲਿਖ ਦਿੱਤੀ, ਮੈਥਮੈਟਿਕਸ ਲਿਖ ਦਿੱਤਾ, ਕੁਦਰਤ ਦੇ ਬਾਰੇ ਲਿਖ ਦਿੱਤਾ, ਮਨ ਬਾਰੇ ਅਥਾਹ ਲਿਟਰੇਚਰ ਲਿਖ ਦਿੱਤਾ। ਕਿੰਨਾ ਲਿਟਰੇਚਰ ਹੈ, ਕਿੰਨਾ ਕੁਛ ਹੈ ਜਿਹੜਾ ਇਹਨਾਂ ਅੱਖਰਾਂ ਦੇ ਰਾਹੀਂ, ਕਿੰਨੇ ਗ੍ਰੰਥ, ਕਿੰਨੀਆਂ ਕਿਤਾਬਾਂ, ਕਿੰਨੀਆਂ ਪੁਸਤਕਾਂ ਲਿਖੀਆਂ ਹੋਈਆਂ। ਭਾਵ ਇਹਨਾਂ ਅੱਖਰਾਂ ਨੂੰ ਜੋੜ ਕੇ, ਵਰਤ ਕੇ, ਜੋ ਲਿਪੀਆਂ ਦੇ ਅੱਖਰ ਨੇ ਉਹਨਾਂ ਨੂੰ ਵਰਤ ਕੇ ਬੰਦੇ ਨੇ ਇੱਕ ਅਥਾਹ ਵੱਡਾ ਖਜ਼ਾਨਾ ਤਿਆਰ ਕਰ ਲਿਆ, ਗਿਆਨ ਦੇ ਭੰਡਾਰੇ ਇਕੱਠੇ ਕਰ ਲਏ, ਕਿੰਨੇ ਲਿਟਰੇਚਰ ਲਿਖ ਦਿੱਤਾ, ਕਿੰਨੇ ਧਰਮ ਗ੍ਰੰਥ ਲਿਖ ਦਿੱਤੇ। ਪਰ ਇੰਨਾ ਕੁਝ ਲਿਖਣ ਦੇ ਬਾਵਜੂਦ ਵੀ ਸਕਿਆ ਨਾ ਅੱਖਰ ਏਕ ਪਛਾਣ। ਮਨੁੱਖ ਜਿਹੜਾ ਨਾ ਉਹ ਇੱਕ ਅੱਖਰ ਦੀ ਪਛਾਣ ਨਹੀਂ ਕਰ ਸਕਿਆ। 52 ਅੱਖਰ ਜੋੜੇ ਆਨ, ਸਕਿਆ ਨਾ ਅੱਖਰ ਏਕ ਪਛਾਣ। ਅੱਖਰ ਏਕ ਭਾਵ ਇੱਕ ਅੱਖਰ, ਅਖਰ ਮੈਨੇ ਜਿਹੜਾ ਨਾਸ਼ ਨਾ ਹੋਵੇ, ਖਰ ਤੋਂ ਰਹਿਤ, ਅਖਰ। ਏਕ ਮੈਨੇ ਇੱਕ ਪ੍ਰਭੂ ਜਿਹੜਾ ਨਾਸ਼ ਤੋਂ ਰਹਿਤ ਹੈ। ਇੱਕ क्षय ਤੋਂ ਸ਼ਬਦ ਬਣਿਆ, क्षय ਮੈਨੇ ਨਾਸ਼ ਹੋਣਾ, ਅੱਗੇ ਲੱਗ ਗਿਆ ਐੜਾ ਅਕਸ਼ੈ ਜਿਹੜਾ ਨਾਸ਼ ਨਾ ਹੋਵੇ। ਅਕਸ਼ੈ ਤੋਂ ਬਣਿਆ ਅਕਸ਼ਰ ਜਿਹੜਾ ਨਾਸ਼ ਨਾ ਹੋਵੇ। ਤੇ ਅਕਸ਼ਰ ਤੇ ਕੇਵਲ ਇੱਕ ਪ੍ਰਭੂ ਹੀ ਹੈ ਜਿਹੜਾ क्षय ਨਹੀਂ ਹੁੰਦਾ। ਸਕਿਆ ਨਾ ਅੱਖਰ ਏਕ ਪਛਾਣ। ਅੱਖਰ ਮੈਨੇ ਅਕਸ਼ੈ, ਉਹ ਪ੍ਰਭੂ, ਉਹਨੂੰ ਪਛਾਣ ਨਹੀਂ ਸਕਿਆ। ਭਾਵੇਂ ਏਡੇ ਵੱਡੇ ਗ੍ਰੰਥ ਲਿਖ ਕੇ 52 ਅੱਖਰਾਂ ਨੂੰ ਜੋੜ ਜੋੜ ਕੇ ਕਿੰਨੀਆਂ ਪੁਸਤਕਾਂ, ਕਿੰਨੀਆਂ ਕਿਤਾਬਾਂ ਲਿਖੀਆਂ, ਕਿੰਨੇ ਗ੍ਰੰਥ ਲਿਖੇ। ਇਹਨਾਂ ਕੁਝ ਲਿਖਣ ਦੇ ਬਾਵਜੂਦ ਵੀ ਸਕਿਆ ਨਾ ਅੱਖਰ ਏਕ ਪਛਾਣ, ਜਿਹੜਾ ਉਹ ਅਕਸ਼ੈ ਪ੍ਰਭੂ ਹੈ, ਜਿਹੜਾ ਉਹ ਸਾਰਿਆਂ ਵਿੱਚ ਹੈ, ਇਸ ਗੱਲ ਦੀ ਪਛਾਣ ਨਹੀਂ ਕਰ ਸਕਿਆ। ਸਾਰਿਆਂ ਵਿੱਚ ਬੈਠੇ ਇੱਕ ਰੱਬ ਨੂੰ ਨਹੀਂ ਪਛਾਣ ਸਕਿਆ। ਜਿਹੜਾ ਅੱਖਰ ਏਕ ਹੈ ਨਾ, ਉਹਨੂੰ ਪਛਾਣ ਨਹੀਂ ਸਕਿਆ। ਉਹ ਤੇ ਸਾਰਿਆਂ ਵਿੱਚ ਹੈ, ਦੇਖਦਾ ਹੈ ਰੱਬ ਨੂੰ, ਪਛਾਣ ਨਹੀਂ ਬਸ ਕਰ ਰਿਹਾ ਉਹਦੀ। ਸਕਿਆ ਨਾ ਅੱਖਰ ਏਕ ਪਛਾਣ, ਭਾਵ ਉਸ ਰੱਬ ਨੂੰ ਪਛਾਣ ਨਹੀਂ ਕਰ ਸਕਿਆ, ਉਹਦੇ ਨਾਲ ਪਛਾਣ ਨਹੀਂ ਬਣਾਈ, ਰੱਬੀ ਗੁਣਾਂ ਨਾਲ ਜੁੜਿਆ ਨਹੀਂ, ਉਸ ਪ੍ਰਭੂ ਦੇ ਅਟਲ ਸਿਸਟਮ ਨੂੰ ਪਛਾਣਿਆ ਨਹੀਂ, ਉਸ ਪ੍ਰਭੂ ਦੀ ਰਜ਼ਾ ਨੂੰ ਪਛਾਣਿਆ ਨਹੀਂ, ਉਸ ਰੱਬ ਦੇ ਹੁਕਮ ਨੂੰ, ਨਿਯਮਾਂ ਨੂੰ ਸਮਝਿਆ ਨਹੀਂ, ਉਹਦੇ ਨਾਲ ਪਛਾਣ ਨਹੀਂ ਬਣਾਈ। ਇਸ ਚੀਜ਼ ਨੂੰ ਪਛਾਣਿਆ ਨਹੀਂ ਕਿ ਸਾਰਾ ਸੰਸਾਰ ਇੱਕ ਹੀ ਹੈ, ਸਾਰੀ ਕੁਦਰਤ ਵਿੱਚ ਇੱਕ ਕਾਦਰ ਹੀ ਸਮਾਇਆ ਹੋਇਆ ਹੈ। ਇਹਨੂੰ ਪਛਾਣ ਨਹੀਂ ਸਕਿਆ ਕਿ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸਾਰਿਆਂ ਵਿੱਚ ਰੱਬ ਪਛਾਣ ਨਹੀਂ ਸਕਿਆ। ਕਿਸੇ ਚੋਂ ਉਹ ਮਾਂ ਨੂੰ ਪਛਾਣਦਾ ਹੈ, ਕਿਸੇ ਚੋਂ ਉਹ ਪਿਤਾ ਨੂੰ ਪਛਾਣਦਾ ਹੈ, ਕਿਸੇ ਵਿੱਚੋਂ ਉਹ ਭੈਣਾਂ ਭਰਾਵਾਂ ਨੂੰ ਪਛਾਣਦਾ ਹੈ, ਕਿਸੇ ਚੋਂ ਆਪਣੇ ਮਿੱਤਰ ਨੂੰ ਪਛਾਣਦਾ ਹੈ, ਕਿਸੇ ਵਿੱਚੋਂ ਆਪਣੇ ਦੁਸ਼ਮਣ ਨੂੰ ਪਛਾਣਦਾ ਹੈ, ਕਿਸੇ ਚੋਂ ਆਪਣਾ ਤੇ ਬੇਗਾਨਾ ਪਛਾਣਦਾ ਹੈ, ਕਿਸੇ ਤੋਂ ਊਚ ਤੇ ਕਿਸੇ ਚੋਂ ਨੀਚ ਪਛਾਣਦਾ ਹੈ, ਕਿਸੇ ਚੋਂ ਅਮੀਰ ਗਰੀਬ ਪਛਾਣਦਾ ਹੈ, ਪਰ ਰੱਬ ਨਹੀਂ ਪਛਾਣ ਲਿਆ। ਦੇਖਦਾ ਹੈ ਰੱਬ ਪਛਾਣ ਨਹੀਂ ਰਿਹਾ। ਉਹ ਜਿਹੜਾ ਇੱਕ ਪ੍ਰਭੂ ਹੈ ਉਹਨੂੰ ਪਛਾਣ ਨਹੀਂ ਰਿਹਾ, ਉਹਨੂੰ ਸਮਝ ਨਹੀਂ ਆ ਰਹੀ ਕਿ ਸਾਰਿਆਂ ਦੇ ਅੰਦਰ ਇੱਕ ਰੱਬ ਹੀ ਹੈ। ਜੇ ਸਾਰਿਆਂ ਚ ਰੱਬ ਹੈ ਤੇ ਸਾਰੀਆਂ ਦੀਆਂ ਭਾਵਨਾਵਾਂ ਇੱਕੋ ਜਿਹੀਆਂ ਹੀ ਨੇ। ਮੇਰੇ ਵਰਗੇ ਹੀ ਦੂਜੇ ਇਨਸਾਨ ਨੇ ਤੇ ਦੂਜੇ ਇਨਸਾਨਾਂ ਵਰਗਾ ਹੀ ਮੈਂ ਹਾਂ। ਜਿਹੋ ਜਿਹੀਆਂ ਮੇਰੀਆਂ ਭਾਵਨਾਵਾਂ ਨੇ ਉਹੋ ਜਿਹੀਆਂ ਦੂਜੇ ਦੀ ਭਾਵਨਾਵਾਂ, ਉਹਨਾਂ ਦੇ ਜਜ਼ਬਾਤ ਵੀ ਉਹੀ ਨੇ ਜਿਹੜੇ ਮੇਰੇ ਜਜ਼ਬਾਤ ਨੇ। ਇਸ ਗੱਲ ਨੂੰ ਪਛਾਣ ਨਹੀਂ ਰਿਹਾ, ਅੰਦਰੋਂ ਬਾਹਰੋਂ ਇੱਕ ਹੋਇਆ ਨਹੀਂ, ਹਰ ਇੱਕ ਵਿੱਚੋਂ ਇੱਕ ਪ੍ਰਭੂ ਨੂੰ ਜਾਣਿਆ ਨਹੀਂ, ਉਸ ਇੱਕ ਪ੍ਰਭੂ ਨੂੰ ਪਛਾਣ ਨਹੀਂ ਸਕਿਆ, ਉਸੇ ਹੁਕਮ ਨੂੰ, ਉਸ ਇੱਕ ਸਿਸਟਮ ਨੂੰ ਨਹੀਂ ਪਛਾਣ ਸਕਿਆ ਜਿਹਦੇ ਕਰਕੇ ਸਾਰਾ ਸੰਸਾਰ ਫਸਿਆ ਹੋਇਆ, ਉਹਦੀ ਪਛਾਣ ਕੀਤੀ ਨਹੀਂ। ਲਿਖਿਆ ਉਹ ਬਹੁਤ ਕੁਝ ਉਹਦੇ ਬਾਰੇ, ਬੜਾ ਲੰਮਾ ਚੌੜਾ ਲਿਟਰੇਚਰ ਲਿਖਿਆ ਹੋਇਆ। ਇੰਨਾ ਲਿਟਰੇਚਰ ਲਿਖ ਦਿੱਤਾ ਕਿ ਇੱਕ ਜਨਮ ਛੱਡੋ, ਮਨੁੱਖ 1000 ਜਨਮ ਲੈ ਕੇ ਵੀ ਇਸ ਧਰਤੀ ਦਾ ਸਾਰਾ ਲਿਟਰੇਚਰ ਨਹੀਂ ਪੜ੍ਹ ਸਕਦਾ। ਕਿੰਨੇ ਹੀ ਸਬਜੈਕਟ ਦੇ ਉੱਤੇ ਲਿਖਿਆ, ਰਾਜਨੀਤੀ, ਸਾਇੰਸ, ਸਮਾਜ, ਭੌਤਿਕ, ਮਨ ਬਾਰੇ, ਕੁਦਰਤ ਬਾਰੇ, ਪਸ਼ੂ ਪੰਛੀਆਂ ਬਾਰੇ, ਧਰਤੀ ਬਾਰੇ, ਐਸਟਰੋਨੋਮੀ ਬਾਰੇ, ਅਸਮਾਨ ਬਾਰੇ, ਜਨਰਲ ਨੌਲੇਜ, ਕਿੰਨਾ ਲਿਟਰੇਚਰ ਹੈ। ਪਰ ਇੰਨਾ ਕੁਝ ਲਿਖਣ ਦੇ ਬਾਵਜੂਦ ਵੀ ਉਹ ਸਾਰਿਆਂ ਵਿੱਚ ਬੈਠੇ ਇੱਕ ਰੱਬ ਨੂੰ ਪਛਾਣ ਨਹੀਂ ਸਕਿਆ। ਉਹਦੀ ਇੱਕ ਨਾਲ ਸਾਂਝ ਨਹੀਂ ਪਈ, ਅੰਦਰੋਂ ਬਾਹਰੋਂ ਇੱਕ ਨਹੀਂ ਹੋਇਆ। ਸਕਿਆ ਨਾ ਅੱਖਰ ਏਕ ਪਛਾਣ, ਗੱਲ ਤੇ ਪਛਾਣਨ ਦੀ ਹੈ, ਪਛਾਣ ਨਹੀਂ ਆਈ। ਕਿਸੇ ਬਹੁਤ ਵੱਡੀ ਹਵੇਲੀ ਦਾ ਇੱਕ ਬਜ਼ੁਰਗ ਜੋੜੇ ਨੇ ਆ ਕੇ ਦਰਵਾਜ਼ਾ ਖੜਕਾਇਆ। ਕੁਦਰਤੀ ਉਸ ਹਵੇਲੀ ਦੇ ਮਾਲਕ ਸੇਠ ਨੇ ਆਪ ਦਰਵਾਜ਼ਾ ਖੋਲਿਆ ਤੇ ਦੇਖਿਆ ਸਾਹਮਣੇ ਇੱਕ ਬਜ਼ੁਰਗ ਆਦਮੀ, ਔਰਤ ਖੜੇ ਨੇ। ਉਹਨੇ ਪੁੱਛਿਆ, ਦੱਸੋ ਹੁਕਮ।
ਉਹ ਬਜ਼ੁਰਗ ਆਦਮੀ ਔਰਤ ਕਹਿਣ ਲੱਗੇ, ਸੇਠ 3 ਦਿਨਾਂ ਤੋਂ ਭੁੱਖੇ ਹਾਂ ਅਸੀਂ। ਸੇਠ ਕਹਿਣ ਲੱਗਾ, ਇੱਥੇ ਰੁਕੋ, ਮੈਂ ਤੁਹਾਡੇ ਲਈ ਕੁਝ ਖਾਣ ਨੂੰ ਲੈ ਕੇ ਆਣਾ। ਉਹ ਆਦਮੀ ਔਰਤ ਕਹਿਣ ਲੱਗੇ, ਨਹੀਂ ਸੇਠ, ਅਸੀਂ ਮੰਗਤੇ ਨਹੀਂ ਆ। ਮੰਗਤੇ ਹੁੰਦੇ ਤੇ 3 ਦਿਨ ਤੋਂ ਭੁੱਖੇ ਨਾ ਹੁੰਦੇ, ਸਾਨੂੰ ਕੋਈ ਨਾ ਕੋਈ ਖਾਣ ਵਾਸਤੇ ਕੁਝ ਦੇ ਹੀ ਦਿੰਦਾ। ਅਸੀਂ ਮੰਗਤੇ ਨਹੀਂ ਆ। ਸੇਠ ਕਹਿਣ ਲੱਗਾ, ਫਿਰ ਮੈਂ ਕੀ ਕਰਾਂ, ਮੇਰੇ ਲਈ ਕੀ ਸੇਵਾ ਹੈ? ਉਹ ਕਹਿਣ ਲੱਗਾ, ਉਹ ਬਜ਼ੁਰਗ ਕਹਿਣ ਲੱਗੇ ਕਿ ਸੇਠ, ਅਸੀਂ ਮੰਗ ਕੇ ਨਹੀਂ ਖਾਣਾ ਚਾਹੁੰਦੇ, ਅਸੀਂ ਮਿਹਨਤ ਕਰਕੇ ਖਾਣਾ ਚਾਹੁੰਦੇ ਹਾਂ। ਅਸੀਂ ਚਾਹੁੰਦੇ ਹਾਂ ਸਾਨੂੰ ਕੋਈ ਕੰਮ ਮਿਲ ਜਾਏ। ਸੁਣਿਆ ਤੇਰੀ ਬੜੀ ਵੱਡੀ ਹਵੇਲੀ ਹੈ, ਬੜੇ ਨੌਕਰ ਚਾਕਰ ਨੇ, ਤੂੰ ਸਾਨੂੰ ਵੀ ਨੌਕਰ ਰੱਖ ਲੈ, ਅਸੀਂ ਤਨਖਾਹ ਨਹੀਂ ਲਵਾਂਗੇ, ਬਸ ਸਵੇਰੇ ਸ਼ਾਮ ਸਾਨੂੰ ਪ੍ਰਸ਼ਾਦਾ ਮਿਲ ਜਾਏ, ਰਹਿਣ ਲਈ ਛੱਤ ਮਿਲ ਜਾਏ, ਸਾਰਾ ਦਿਨ ਕੰਮ ਕਰਦੇ ਰਵਾਂਗੇ। ਉਹ ਸੇਠ ਨੇ ਮਨ ਚ ਸੋਚਿਆ, ਮੁਫਤ ਦੇ ਨੌਕਰ ਮਿਲ ਰਹੇ ਨੇ, ਹੋਰ ਕੀ ਚਾਹੀਦਾ, ਤਨਖਾਹ ਨਹੀਂ ਦੇਣੀ ਪਏਗੀ। ਜਿੱਥੇ ਇੰਨੇ ਨੌਕਰ ਰੋਟੀ ਖਾਂਦੇ ਨੇ, 2 ਜਣੇ ਇਹ ਵੀ ਖਾ ਲੈਣਗੇ, ਕੀ ਫਰਕ ਪੈਂਦਾ, 4 ਪ੍ਰਸ਼ਾਦੇ ਛਕ ਲੈਣਗੇ। ਸੇਠ ਮਨ ਚ ਬੜਾ ਖੁਸ਼ ਹੋਇਆ, ਮੁਫਤ ਦੇ ਨੌਕਰ ਮਿਲ ਗਏ, ਤਨਖਾਹ ਨਹੀਂ ਦੇਣੀ ਪਏਗੀ, ਬਾਕੀਆਂ ਨੂੰ ਤਨਖਾਹ ਦੇਣਾ, ਇਹ ਮੁਫਤ ਦੇ। ਸੇਠ ਕਹਿਣ ਲੱਗਾ, ਠੀਕ ਹੈ, ਮੈਂ ਰੱਖ ਤੇ ਲਵਾਂ, ਪਰ ਤੁਹਾਨੂੰ ਕੰਮ ਬਹੁਤ ਕਰਨਾ ਪਏਗਾ। ਸਾਰੀ ਹਵੇਲੀ ਦੀ ਸਾਫ਼ ਸਫਾਈ, ਕੱਪੜੇ ਭਾਂਡੇ ਸਾਫ਼ ਕਰਨੇ, ਬੱਚਿਆਂ ਨੂੰ ਤਿਆਰ ਕਰਨਾ, ਭੋਜਨ ਖਾਣਾ ਬਣਾਉਣਾ, ਅਸਤਬਲ ਦੀ ਸਫਾਈ ਕਰਨੀ, ਘੋੜਿਆਂ ਦੀ ਸੰਭਾਲ ਕਰਨੀ, ਬੜੇ ਕੰਮ ਨੇ, ਸਾਰੇ ਕਰਨੇ ਪੈਣਗੇ। ਉਹ ਬਜ਼ੁਰਗ ਆਦਮੀ ਔਰਤ ਕਹਿਣ ਲੱਗੇ, ਬਿਲਕੁਲ ਅਸੀਂ ਕਰਾਂਗੇ। ਅਸਤਬਲ ਦੇ ਵਿੱਚ ਇੱਕ ਛੋਟਾ ਜਿਹਾ ਬਦਬੂਦਾਰ ਜਿਹਾ ਕਮਰਾ ਰਹਿਣ ਵਾਸਤੇ ਮਿਲ ਗਿਆ। ਉਹ ਪਤੀ ਪਤਨੀ ਬਹੁਤ ਖੁਸ਼ ਹੋਏ, ਉਹ ਆਦਮੀ ਔਰਤ, ਬਜ਼ੁਰਗ ਆਦਮੀ ਔਰਤ ਬਹੁਤ ਖੁਸ਼ ਹੋਏ। ਉਹਨਾਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਉਸ ਹਵੇਲੀ ਵਿੱਚ। ਸਵੇਰ ਤੋਂ ਸ਼ਾਮ ਤੱਕ ਕੰਮ ਲੱਗੇ ਰਹਿੰਦੇ ਨੇ, ਸਾਰਾ ਦਿਨ ਕੰਮ ਕਰਦੇ ਨੇ, ਹੱਡ ਭੰਨਵੀਂ ਮਿਹਨਤ ਕਰਦੇ, ਸ਼ਾਮ ਤੱਕ ਥੱਕ ਜਾਂਦੇ ਨੇ। ਔਰ ਉਹ ਸੇਠ ਐਸਾ ਜ਼ਾਲਮ ਹੈ, ਕੰਮ ਕਰਦਿਆਂ ਕਰਦਿਆਂ ਜੇ ਕਿਤੇ ਰੁਕ ਜਾਂਦੇ ਨੇ, ਉਹ ਸੇਠ ਝਿੜਕਾਂ ਮਾਰਦਾ ਉਸ ਬਜ਼ੁਰਗ ਆਦਮੀ ਨੂੰ, ਉਸ ਬਜ਼ੁਰਗ ਔਰਤ ਨੂੰ। ਕਈ ਵਾਰੀ ਝਿੜਕਾਂ ਮਾਰਦਾ, ਕਈ ਵਾਰੀ ਛਮਕਾ ਮਾਰਦਾ, ਸੂਟੀਆਂ ਵੀ ਮਾਰ ਦਿੰਦਾ। ਸਖਤ ਕੰਮ ਲੈਂਦਾ ਉਹਨਾਂ ਤੋਂ। ਇਸੇ ਤਰ੍ਹਾਂ ਉੱਥੇ ਮਿਹਨਤ ਕਰਦਿਆਂ ਕਰਦਿਆਂ 6 ਮਹੀਨੇ ਗੁਜ਼ਰ ਗਏ। 6 ਮਹੀਨੇ ਬਾਅਦ ਅੱਜ ਹਵੇਲੀ ਨੂੰ ਸਜਾਇਆ ਗਿਆ, ਥਾਂ ਥਾਂ ਤੇ ਫੁੱਲ ਲਗਾਏ ਗਏ, ਥਾਂ ਥਾਂ ਤੇ ਲਾਈਟਾਂ ਲਗਾਈਆਂ ਗਈਆਂ। ਹਵੇਲੀ ਦੇ ਬਾਹਰ ਵੱਡਾ ਸਾਰਾ ਇੱਕ ਤੰਬੂ ਲਗਾ ਦਿੱਤਾ ਗਿਆ। ਬਹੁਤ ਸਾਰੇ ਹਲਵਾਈ ਆਏ, ਉਹਨਾਂ ਨੇ ਮਠਿਆਈਆਂ ਤਿਆਰ ਕਰਨੀਆਂ ਸ਼ੁਰੂ ਕਰ ਦਿੱਤੀਆਂ, ਤੰਬੂ ਕਨਾਤਾਂ ਲੱਗ ਗਈਆਂ। ਬਜ਼ੁਰਗ ਔਰਤ ਜਿਹੜੀ ਨੌਕਰਾਣੀ ਹੈ, ਉਹ ਸੋਚਦੀ ਹੈ ਵੀ ਜੇ ਕੋਈ ਖੁਸ਼ੀ ਦਾ ਦਿਨ ਲੱਗਦਾ ਹੈ, ਜਦੋਂ ਸੇਠ ਇਕੱਲਾ ਹੋਏਗਾ, ਮੈਨੂੰ ਪੁੱਛਾਂਗੀ ਅੱਜ ਕਿਹੜਾ ਖੁਸ਼ੀ ਦਾ ਦਿਨ ਹੈ। ਉਹਨੇ ਦੇਖਿਆ ਸੇਠ ਇੱਕ ਕਮਰੇ ਦੇ ਵਿੱਚ ਇੱਕ ਕੋਨੇ ਤੇ ਖੜਾ ਹੈ, ਦੀਵਾਰ ਵਾਲੇ ਪਾਸੇ ਦਾ ਮੂੰਹ ਹੈ। ਉਹਨੇ ਪਿੱਛੋਂ ਜਾ ਕੇ ਆਵਾਜ਼ ਦਿੱਤੀ, ਸੇਠ ਜੀ, ਅੱਜ ਬੜਾ ਹਵੇਲੀ ਨੂੰ ਸਜਾਇਆ ਜਾ ਰਿਹਾ ਹੈ, ਮਠਿਆਈਆਂ ਤਿਆਰ ਹੋ ਰਹੀਆਂ ਨੇ, ਫੁੱਲ ਲਗਾਏ ਜਾ ਰਹੇ ਨੇ, ਅੱਜ ਕੋਈ ਖੁਸ਼ੀ ਦਾ ਦਿਨ ਲੱਗਦਾ ਹੈ। ਉਹ ਸੇਠ ਕਹਿਣ ਲੱਗਾ, ਹਾਂ, ਅੱਜ ਮੇਰਾ ਜਨਮ ਦਿਨ ਹੈ। ਨਾਲੇ ਸੇਠ ਨੇ ਮੂੰਹ ਘੁਮਾ ਲਿਆ ਉਰੇ ਨੂੰ। ਉਸ ਬਜ਼ੁਰਗ ਨੌਕਰਾਣੀ ਨੇ ਕੀ ਦੇਖਿਆ ਕਿ ਸੇਠ ਦੀਆਂ ਅੱਖਾਂ 'ਚ 2 ਹੰਝੂ ਨੇ। ਕਹਿਣ ਲੱਗੀ, ਸੇਠ ਜੀ ਰੋ ਰਹੇ ਹੋ? ਜੀ ਅੱਜ ਤੁਹਾਡਾ ਜਨਮ ਦਿਨ ਹੈ, ਅੱਜ ਤੇ ਖੁਸ਼ ਹੋਣਾ ਚਾਹੀਦਾ ਹੈ, ਅੱਜ ਤੁਹਾਡੀ ਅੱਖਾਂ 'ਚ ਹੰਝੂ ਕਿਉਂ? ਸੇਠ ਕਹਿਣ ਲੱਗਾ, ਕੀ ਦੱਸਾਂ, ਜਦੋਂ ਵੀ ਮੈਂ ਆਪਣਾ ਜਨਮ ਦਿਨ ਮਨਾਉਂਦਾ ਹਾਂ, ਮੈਨੂੰ ਮੇਰੇ ਆਪਣੇ ਮਰੇ ਹੋਏ ਮਾਪਿਓ ਯਾਦ ਆ ਜਾਂਦੇ ਨੇ। ਉਹ ਨੌਕਰਾਣੀ ਕਹਿਣ ਲੱਗੀ, ਸੇਠ ਜੀ ਕੀ ਗੱਲ ਹੋ ਗਈ ਸੀ? ਕਹਿਣ ਲੱਗਾ, ਜਦੋਂ ਮੈਂ ਛੋਟਾ ਬੱਚਾ ਸਾਂ, ਉਦੋਂ ਮੇਰੇ ਮਾਪਿਓ ਪੂਰੇ ਹੋ ਗਏ ਸਨ। ਗੁਆਂਢੀ ਦੇਸ਼ ਦੇ ਰਾਜੇ ਨੇ ਸਾਡੇ ਸ਼ਹਿਰ ਤੇ ਹਮਲਾ ਕੀਤਾ, ਉਹਨੇ ਪੂਰੇ ਸ਼ਹਿਰ ਨੂੰ ਅੱਗ ਲਾ ਕੇ ਸਾੜ ਦਿੱਤਾ, ਸਾਡਾ ਮੁਹੱਲਾ ਵੀ ਸੜ ਗਿਆ। ਫਲਾਣੇ ਮੁਹੱਲੇ 'ਚ ਰਹਿੰਦੇ ਸਾਂ, ਸਾਡੇ ਮੁਹੱਲੇ ਨੂੰ ਅੱਗ ਲੱਗੀ, ਉਹ ਵੀ ਸੜ ਗਿਆ। ਬਹੁਤ ਸਾਰੇ ਲੋਕ ਮਾਰੇ ਗਏ, ਰਾਜੇ ਦੇ ਸੈਨਿਕਾਂ ਨੇ ਕਈਆਂ ਨੂੰ ਮਾਰਿਆ, ਉਹਦੇ ਵਿੱਚ ਮੇਰੇ ਮਾਪਿਓ ਵੀ ਮਾਰੇ ਗਏ। ਜਦੋਂ ਇੰਨੀ ਗੱਲ ਕਹੀ, ਉਹ ਬਜ਼ੁਰਗ ਔਰਤ ਕਹਿਣ ਲੱਗੀ, ਸੇਠ, ਤੇਰੇ ਬਚਪਨ ਦਾ ਛੋਟਾ ਨਾਮ ਇਹ ਹੈ? ਆਹ ਤੇਰੀ ਮਾਂ ਦਾ ਨਾਮ, ਆਹ ਤੇਰੇ ਪਿਤਾ ਦਾ ਨਾਮ, ਆਹ ਤੇਰੀ ਭੂਆ, ਤੇਰੀ ਮਾਸੀ, ਆਹ ਤੇਰੀ ਚਾਚੀ, ਆਹ ਤੇਰੀ ਤਾਈ ਦਾ ਨਾਮ। ਜਿਨ੍ਹਾਂ ਬਚਪਨ ਦੇ ਮਿੱਤਰਾਂ ਨਾਲ ਤੂੰ ਖੇਡਦਾ ਹੁੰਦਾ ਸੀ, ਤੇਰੇ ਬਚਪਨ ਦੇ ਆਹ ਮਿੱਤਰ ਨੇ, ਆਹ ਤੇਰੇ ਗਵਾਂਢੀ। ਉਹ ਸੇਠ ਬੜਾ ਹੈਰਾਨ ਹੋਇਆ, ਕਹਿਣ ਲੱਗਾ, ਤੈਨੂੰ ਕਿਵੇਂ ਪਤਾ ਹੈ? ਗੱਲਾਂ ਤੇਰੀਆਂ ਸਾਰੀਆਂ ਸੱਚ ਨੇ, ਪਰ ਤੂੰ ਕਿਵੇਂ ਜਾਣਦੀ ਹੈ ਮੈਨੂੰ? ਉਸ ਬਜ਼ੁਰਗ ਔਰਤ ਦੀਆਂ ਅੱਖਾਂ 'ਚ ਹੰਝੂ ਆ ਗਏ, ਰੋ ਪਈ, ਕਹਿਣ ਲੱਗੀ, ਮੈਂ ਹੀ ਤੇਰੀ ਮਾਂ ਆ। ਸਾਨੂੰ ਰਾਜੇ ਨੇ ਮਾਰਿਆ ਨਹੀਂ ਸੀ, ਕੈਦੀ ਬਣਾ ਲਿਆ ਸੀ। ਕਿੰਨੇ ਸਾਲ ਉਹਦੀ ਜੇਲ੍ਹ 'ਚ ਅਸੀਂ ਕੈਦ ਕੱਟ ਕੇ 6 ਮਹੀਨੇ ਪਹਿਲਾਂ ਛੁੱਟ ਕੇ ਆਏ ਹਾਂ। ਤੇ ਮੈਂ ਉਸ ਮੁਹੱਲੇ 'ਚ ਗਈ, ਤੈਨੂੰ ਬਹੁਤ ਲੱਭਿਆ, ਉਸ ਸ਼ਹਿਰ 'ਚ ਲੱਭਿਆ, ਮਾਰੀ ਮਾਰੀ ਲੱਭਦੀ ਲੱਭਦੀ ਤੀਜੇ ਦਿਨ ਤੇਰੇ ਦਰਵਾਜ਼ੇ ਤੇ ਆ ਕੇ ਮੈਂ ਤੇਰੇ ਤੋਂ ਹੀ ਕੰਮ ਮੰਗ ਲਿਆ, ਮੈਂ ਹੀ ਤੇਰੀ ਮਾਂ ਆ।
ਉਹ ਸੇਠ ਨੇ ਧਿਆਨ ਨਾਲ ਉਸ ਔਰਤ ਦੀਆਂ ਅੱਖਾਂ ਵਿੱਚ ਦੇਖਿਆ, ਉਹਨੂੰ ਆਪਣੀ ਮਾਂ ਦੀਆਂ ਅੱਖਾਂ ਯਾਦ ਆ ਗਈਆਂ, ਵਾਸਤਵ ਵਿੱਚ ਮਾਂ ਹੀ ਸੀ। ਰੋ ਪਿਆ ਪੁੱਬਾ ਮਾਰ ਕੇ, ਹੈ ਮਾਂ ਕਿੱਥੇ ਛੱਡ ਕੇ ਚਲੀ ਗਈ ਸੀ ਮੈਨੂੰ? ਤੇਰੇ ਤੋਂ ਬਿਨਾਂ ਮੈਂ ਕਿੰਨਾ ਭਟਕਿਆ, ਭਟਕ ਭਟਕ ਕੇ ਇਸ ਸ਼ਹਿਰ ਵਿੱਚ ਆ ਗਿਆ, ਛੋਟਾ ਜਿਹਾ ਕੰਮ ਸ਼ੁਰੂ ਕੀਤਾ, ਕੰਮ ਵੱਧ ਗਿਆ, ਹਵੇਲੀ ਤੇ ਬਣ ਗਈ, ਪਰ ਮਾਂ ਨਹੀਂ ਸੀ ਮੇਰੇ ਕੋਲ। ਕਿੱਥੇ ਚਲੀ ਗਈ ਸੀ ਛੱਡ ਕੇ? ਸਾਹਮਣੇ ਬਜ਼ੁਰਗ ਤੁਰਿਆ ਆ ਰਿਹਾ, ਸਿਰ ਤੇ ਕੂੜੇ ਦਾ ਟੋਕਰਾ ਚੁੱਕਿਆ ਹੋਇਆ। ਸੇਠ ਕਹਿਣ ਲੱਗਾ, ਬਜ਼ੁਰਗਾ ਅੱਜ ਤੈਨੂੰ ਛੁੱਟੀ, ਤੂੰ ਆਰਾਮ ਕਰ। ਅੱਜ ਮੈਂ ਬਹੁਤ ਖੁਸ਼ ਹਾਂ, ਮੈਨੂੰ ਮੇਰੀ ਵਿਛੜੀ ਹੋਈ ਮਾਂ ਮਿਲ ਗਈ ਹੈ। ਬਜ਼ੁਰਗ ਕਹਿਣ ਲੱਗਾ, ਕਿਹੜੀ ਮਾਂ? ਕਹਿਣ ਲੱਗਾ, ਨੌਕਰਾਣੀ ਮੇਰੀ ਮਾਂ ਸੀ, ਮੈਂ ਪਛਾਣ ਨਹੀਂ ਸੀ ਸਕਿਆ, ਇਹ ਮੇਰੀ ਮਾਂ। ਉਹ ਬਜ਼ੁਰਗ ਕਹਿਣ ਲੱਗਾ, ਜੇ ਤੇਰੀ ਮਾਂ ਹੈ ਫਿਰ ਮੈਂ ਤੇਰਾ ਪਿਤਾ ਹਾਂ। ਸਾਨੂੰ ਰਾਜੇ ਨੇ ਇਕੱਠਿਆਂ ਕੈਦ ਕੀਤਾ ਸੀ, ਇਕੱਠੇ ਛੁੱਟ ਕੇ ਆਏ ਆ। ਉਹਨੇ ਧਿਆਨ ਨਾਲ ਦੇਖਿਆ ਬਜ਼ੁਰਗ ਦੀਆਂ ਅੱਖਾਂ ਵੱਲ, ਉਹਨੂੰ ਪਿਓ ਦੀਆਂ ਅੱਖਾਂ ਯਾਦ ਆ ਗਈਆਂ, ਪੁੱਬਾ ਮਾਰ ਕੇ ਰੋਣ ਲੱਗ ਪਿਆ। ਪਿਓ ਨੇ ਘੁੱਟ ਕੇ ਗਲਵਕੜੀ ਵਿੱਚ ਲਿਆ, ਪਿਆਰ ਦਿੱਤਾ। ਮਾਪਿਓ ਨੂੰ ਬਿਠਾਇਆ ਨੇ ਪਲੰਘ ਤੇ, ਆਪ ਪੈਰਾਂ 'ਚ ਬੈਠ ਕੇ ਰੋਈ ਜਾਂਦਾ ਹੈ। ਮਾਪਿਓ ਸੀਸਾਂ ਦੇਈ ਜਾਂਦੇ ਨੇ। ਦੇਖਦਾ ਰੋਜ਼ ਸੀ ਉਹ, ਪਰ ਉਹਨੂੰ ਪਛਾਣ ਨਹੀਂ ਸੀ। ਜਦੋਂ ਸੇਠ ਨੂੰ ਪਛਾਣ ਆ ਗਈ, ਉਹਦਾ ਵਿਹਾਰ ਹੀ ਬਦਲ ਗਿਆ। ਜਿੰਨਾ ਚਿਰ ਪਛਾਣ ਨਹੀਂ ਸੀ, ਕ੍ਰੋਧ ਕਰਦਾ ਸੀ, ਝਿੜਕਾਂ ਮਾਰਦਾ ਸੀ, ਪਰ ਜਦੋਂ ਪਛਾਣ ਆ ਗਈ, ਉਹਦਾ ਪੂਰਾ ਵਿਹਾਰ ਬਦਲ ਗਿਆ। ਕਦਮਾਂ 'ਚ ਬਹਿ ਕੇ ਰੋਣ ਲੱਗ ਪਿਆ, ਸੀਸਾਂ ਲੈ ਰਿਹਾ। ਔਰ ਇਹ ਕਹਾਣੀ ਸਾਡੀ ਹੈ। ਅਸੀਂ ਵੀ ਪਛਾਣ ਨਹੀਂ ਪਾ ਰਹੇ ਹਾਂ ਦੂਜੇ 'ਚ ਰੱਬ ਨੂੰ। ਦੇਖ ਰਹੇ ਹਾਂ ਰੱਬ ਨੂੰ, ਅਸੀਂ ਪਛਾਣ ਨਹੀਂ ਪਾ ਰਹੇ ਹਾਂ। ਇਸ ਕਰਕੇ ਸਾਡਾ ਦੂਜੇ ਨਾਲ ਵਿਹਾਰ ਕਦੀ ਨਿੰਦਿਆ ਵਾਲਾ ਹੁੰਦਾ ਹੈ, ਕਦੀ ਕ੍ਰੋਧ ਵਾਲਾ ਹੁੰਦਾ ਹੈ, ਕਦੀ ਨਫ਼ਰਤ ਵਾਲਾ ਹੁੰਦਾ ਹੈ। ਪਰ ਜਿਸ ਦਿਨ ਸਾਨੂੰ ਦੂਜੇ ਵਿੱਚ ਬੈਠੇ ਰੱਬ ਦੀ ਪਛਾਣ ਆ ਜਾਏਗੀ, ਸਾਡਾ ਵਿਹਾਰ ਹੀ ਬਦਲ ਜਾਏਗਾ। ਕਿਹਦੀ ਨਿੰਦਾ ਕਰਾਂਗੇ? ਰੱਬ ਦੀ। ਆਪਣੇ ਪਿਤਾ ਦੀ ਨਿੰਦਾ ਕਰਾਂਗੇ? ਰੱਬ ਦੀ। ਕਿਹਦੀ ਚੋਰੀ ਕਰਾਂਗੇ? ਰੱਬ ਦੀ ਕਰਾਂਗੇ। ਕਿਹਦੇ ਤੇ ਕ੍ਰੋਧ ਕਰਾਂਗੇ? ਰੱਬ ਤੇ। ਫਿਰ ਰੱਬ ਦੀ ਜੇਬ ਕੱਟਾਂਗੇ। ਜਦੋਂ ਪਛਾਣ ਹੀ ਆ ਗਈ ਇਹਦੇ 'ਚ ਰੱਬ ਹੈ, ਫਿਰ ਅਸੀਂ ਰੱਬ ਦੇ ਸਿਰ 'ਚ ਕੁਛ ਮਾਰ ਨਹੀਂ ਸਕਦੇ, ਰੱਬ ਦੀਆਂ ਲੱਤਾਂ ਨਹੀਂ ਤੋੜ ਸਕਦੇ, ਰੱਬ ਨੂੰ ਅਸੀਂ ਬੁਰਾ ਨਹੀਂ ਕਹਿ ਸਕਦੇ, ਰੱਬ ਦੀ ਚੋਰੀ ਨਹੀਂ ਕਰ ਸਕਦੇ, ਰੱਬ ਨੂੰ ਠੱਗ ਨਹੀਂ ਸਕਦੇ। ਜਦੋਂ ਪਛਾਣ ਆ ਜਾਏਗੀ, ਗੱਲ ਤੇ ਪਛਾਣ ਦੀ ਹੈ। ਏਕੋ ਏਕ ਏਕ ਪਛਾਨੈ, ਇਤ ਉਤ ਕੀਓ ਸੋਝੀ ਜਾਣੈ, ਗੱਲ ਤੇ ਪਛਾਣ ਦੀ ਹੈ। ਜੇ ਰਾਜੇ ਬਲ ਨੇ ਬਾਬਰ ਨੂੰ ਪਛਾਣਿਆ ਹੁੰਦਾ, ਪੁਰਾਣਿਕ ਜਿਹੜੀ ਮਿਥੋਲੋਜੀ ਦੀ ਕਥਾ ਹੈਗੀ ਹੈ, ਜੇ ਉਹਨੇ ਪਛਾਣਿਆ ਹੁੰਦਾ ਤੇ ਪਤਾਲ 'ਚ ਗਰਕ ਨਾ ਹੁੰਦਾ। ਕਰੋਂ ਅਢਾਈ ਧਰਤੀ ਮੰਗੀ, 52 ਰੂਪ ਬਹਾਨੈ, ਕਿਉਂ ਪਿਆਲ ਜਾਏ ਕਿਉਂ ਛਲੀਏ, ਜੇ ਬਲ ਰੂਪ ਪਛਾਨੈ, ਜੇ ਪਛਾਣ ਲੈਂਦਾ। ਧਨ ਸੁਹਾਗਣ ਜੋ ਪ੍ਰਭੂ ਪਛਾਨੈ, ਮਾਨਿਆ ਹੁਕਮ ਤਜੈ ਅਭਿਮਾਨੈ, ਗੱਲ ਤੇ ਪਛਾਣ ਦੀ ਹੈ। ਦੇਖ ਰਹੇ ਹਾਂ ਰੱਬ ਨੂੰ ਅਸੀਂ ਸਾਰਿਆਂ ਵਿੱਚੋਂ, ਪਛਾਣ ਨਹੀਂ ਰਹੇ ਅਸੀਂ। ਜਿਹੜਾ ਇੱਕ ਅੱਖਰ ਹੈ ਉਹ ਪ੍ਰਭੂ ਹੈ, ਜਿਹੜਾ ਨਾਸ਼ ਰਹਿਤ ਪ੍ਰਭੂ ਸਾਰਿਆਂ ਵਿੱਚ ਹੈ, ਅਸੀਂ ਬਸ ਉਹਨੂੰ ਨਹੀਂ ਪਛਾਣ ਰਹੇ। ਕਿਤਾਬਾਂ ਪੜ੍ਹ ਰਹੇ ਹਾਂ, ਗ੍ਰੰਥ ਪੜ੍ਹ ਰਹੇ ਹਾਂ, ਪੋਥੀਆਂ ਪੜ੍ਹ ਰਹੇ ਹਾਂ, ਪੁਸਤਕਾਂ ਪੜ੍ਹ ਰਹੇ ਹਾਂ, ਰੱਬ ਸਾਰਿਆਂ ਵਿੱਚ ਹੈ, ਰੱਬ ਸਾਰਿਆਂ ਵਿੱਚ ਹੈ, ਰੱਬ ਸਾਰਿਆਂ ਵਿੱਚ ਹੈ, ਪਰ ਪਛਾਣ ਨਹੀਂ ਰਹੇ ਹਾਂ, ਸਿਰਫ ਕਹਿ ਰਹੇ ਹਾਂ ਅਸੀਂ। 52 ਅੱਖਰ ਜੋਰੇ ਆਨ, ਸਕਿਆ ਨਾ ਅੱਖਰ ਏਕ ਪਛਾਣ। ਉਹ ਇੱਕ ਅੱਖਰ, ਇੱਕ ਪ੍ਰਭੂ, ਉਹ ਪਛਾਣ ਨਹੀਂ ਰਹੇ ਹਾਂ ਅਸੀਂ। ਉਹਦੀ ਪਛਾਣ ਨਹੀਂ ਆਈ, ਉਹ ਤੇ ਸਾਰਿਆਂ ਵਿੱਚ ਹੈ। ਜੇ ਪਛਾਣ ਆ ਜਾਂਦੀ, ਸਾਡੀ ਪੂਰੀ ਜ਼ਿੰਦਗੀ ਬਦਲ ਜਾਣੀ ਸੀ। ਇੰਨੇ ਸਾਲਾਂ ਦੀ ਸਾਡੀ ਪੜ੍ਹੀ ਹੋਈ ਬਾਣੀ, ਸਾਡੀ ਕੀਤੀ ਵਿਚਾਰ ਸਫਲ ਹੋ ਜਾਣੀ ਸੀ, ਜੇ ਅਸੀਂ ਪ੍ਰੈਕਟੀਕਲ ਉਹਨੂੰ ਪਛਾਣ ਲੈਂਦੇ। ਔਰ ਅੱਜ ਵੀ ਪਛਾਣ ਸਕਦੇ ਹਾਂ। ਨਾ ਹੀ ਦੇਖਣਾ ਭਾਜੀ ਹੈ ਪਰਮ ਸਿਆਣਪੇ, ਅੱਜ ਹੀ ਅਸੀਂ ਪਛਾਣ ਕਰ ਲਈਏ, ਸਾਡਾ ਪੂਰਾ ਜੀਵਨ ਹੀ ਬਦਲ ਜਾਏਗਾ, ਪੂਰੀ ਤਬਦੀਲੀ ਜੀਵਨ 'ਚ ਆ ਜਾਏਗੀ। ਔਰ ਇਹ ਗੱਲ ਝੂਠ ਨਹੀਂ ਹੈ। ਸਤ ਕਾ ਸ਼ਬਦ ਕਬੀਰਾ ਕਹੈ, ਭਗਤ ਕਬੀਰ ਜੀ ਕਹਿੰਦੇ ਨੇ, ਮੈਂ ਸਤ ਕਾ ਸ਼ਬਦ ਕਹਿ ਰਿਹਾ। ਸਤ ਕਾ ਸ਼ਬਦ ਮੈਨੇ ਸੱਚਾਈ ਦਾ ਸ਼ਬਦ, ਇਹ ਸੱਚਾਈ ਹੈ ਇਹਦੇ ਵਿੱਚ, ਇਹ ਪ੍ਰਭੂ ਦੀ ਸਿਫਤ ਸਲਾਹ ਦਾ ਸ਼ਬਦ ਹੈ। ਮੈਂ ਸੱਚਾ ਸ਼ਬਦ ਕਹਿ ਰਿਹਾ, ਸੱਚੀ ਗੱਲ ਕਹਿ ਰਿਹਾ, ਸੱਚ ਦੀ ਗੱਲ ਕਹਿ ਰਿਹਾ। ਸੱਚ ਮੈਨੇ ਪ੍ਰਭੂ ਦੀ ਗੱਲ ਕਰ ਰਿਹਾ, ਮੈਂ ਰੱਬ ਦੀ ਗੱਲ ਕਰ ਰਿਹਾ, ਮੈਂ ਪ੍ਰਭੂ ਦੇ ਹੁਕਮ ਦੀ ਗੱਲ ਕਰ ਰਿਹਾ, ਪ੍ਰਭੂ ਦੇ ਨਿਯਮਾਂ ਦੀ ਗੱਲ ਕਰ ਰਿਹਾ, ਪ੍ਰਭੂ ਦੀ ਰਜ਼ਾ ਦੀ ਗੱਲ ਕਰ ਰਿਹਾ, ਉਹਦੇ ਸਿਸਟਮ ਦੀ ਗੱਲ ਕਰ ਰਿਹਾ, ਭਾਵ ਸੱਚੀ ਗੱਲ ਕਹਿ ਰਿਹਾ। ਇਹ ਜਿਹੜਾ ਸ਼ਬਦ ਹੈ, ਇਹ ਜਿਹੜਾ ਬੋਲ ਹੈ, ਸੱਚ ਹੈ, ਸੱਚ ਹੈ। ਸਤ ਕਾ ਸ਼ਬਦ ਕਬੀਰਾ ਕਹੈ, ਸੱਚਾ ਸ਼ਬਦ ਹੈ। ਬੋਲ ਕਿਹੜਾ ਹੈ? ਸੱਚ ਦਾ। ਪੰਡਿਤ ਹੋਏ ਸੋ ਅਨਪੈ ਰਹੈ। ਪੰਡਿਤ ਮੈਨੇ ਵਿਦਵਾਨ। ਉਹ ਕੌਣ ਹੈ ਵਿਦਵਾਨ? ਪੰਡਿਤ ਦਾ ਮਤਲਬ ਬ੍ਰਾਹਮਣ ਨਹੀਂ ਹੁੰਦਾ, ਪੰਡਿਤ ਦਾ ਮਤਲਬ ਵਿਦਵਾਨ ਹੁੰਦਾ ਹੈ। ਪੰਡਤਾਏ ਇੱਕ ਡਿਗਰੀ ਹੈ, ਵੀ ਫਲਾਣੇ ਨੇ ਪੰਡਤਾਏ, ਵਿਦਵਤਾ ਦੀ ਪੰਡ ਸਿਰ ਤੇ ਚੁੱਕੀ, ਇਸ ਕਰਕੇ ਪੰਡਿਤ ਉਹਦੀ ਉਪਾਧੀ, ਉਹਦੀ ਡਿਗਰੀ ਬਣ ਜਾਂਦੀ ਹੈ। ਇਹ ਗੱਲ ਵੱਖਰੀ ਕਿ ਬ੍ਰਾਹਮਣ ਨੇ ਪੰਡਿਤ ਦੀ ਡਿਗਰੀ ਪੱਕੇ ਤੌਰ ਤੇ ਆਪਣੇ ਨਾਂ ਨਾਲ ਲਾ ਲਈ, ਕਿ ਬ੍ਰਾਹਮਣ ਹੀ ਪੰਡਿਤ ਹੋ ਸਕਦਾ ਹੈ।
ਪਰ ਬ੍ਰਾਹਮਣ ਜ਼ਰੂਰੀ ਨਹੀਂ ਕਿ ਉਹੀ ਪੰਡਤ ਹੋਵੇ। ਪੰਡਤ ਤੁਸੀਂ ਹੋ ਸਕਦੇ ਹੋ, ਮੈਂ ਹੋ ਸਕਦਾ, ਕੋਈ ਵੀ ਹੋ ਸਕਦਾ ਹੈ। ਸਿਰਫ ਗਿਆਨ, ਸੱਚ ਦਾ ਜਿਹਨੂੰ ਗਿਆਨ ਹੋ ਗਿਆ ਉਹ ਪੰਡਤ ਹੈ। ਜਿਹਨੂੰ ਆਪੇ ਦੀ ਪਛਾਣ ਆ ਗਈ ਉਹ ਪੰਡਤ ਹੈ। ਜਿਹੜਾ ਰੱਬੀ ਹੁਕਮਾਂ ਨੂੰ ਮੰਨਣ ਲੱਗ ਗਿਆ ਉਹ ਪੰਡਤ ਹੈ। ਸੋ ਪੰਡਿਤ ਜੋ ਮਨ ਪ੍ਰਬੋਧ ਹੈ, ਰਾਮ ਨਾਮ ਆਤਮ ਮੈਂ ਸੋਦਾ ਹੈ, ਉਹ ਹੈ ਪੰਡਿਤ। ਹੁਣ ਕੀ ਹੈ? ਉਹ ਪੰਡਿਤ ਹੈ ਜਿਹਨੂੰ ਅਨਭੈ, ਪੰਡਿਤ ਹੋਏ ਸੋ ਅਨਭੈ ਰਹੇ। ਜਿਹੜਾ ਅਨਭੈ ਮੈਨੇ ਜੋ ਅਨੁਭਵ ਦੇ ਵਿੱਚ ਟਿਕ ਜਾਂਦਾ ਹੈ, ਗਿਆਨ ਦੀ ਅਵਸਥਾ ਵਿੱਚ ਜਿਹੜਾ ਟਿਕਿਆ ਰਹਿੰਦਾ ਹੈ। ਜਿਹੜਾ ਗਿਆਨਵਾਨ ਹੋ ਜਾਂਦਾ ਉਹ ਪੰਡਿਤ ਹੈ, ਉਹ ਗਿਆਨਵਾਨ ਵਿਦਵਾਨ ਹੈ। ਜਿਹੜਾ ਅਨਭੈ ਦੀ ਅਵਸਥਾ ਭਾਵ ਨਿਡਰਤਾ ਦੀ ਅਵਸਥਾ ਵਿੱਚ ਡਰ ਤੋਂ ਅਲੱਗ ਹੋ ਕੇ ਰਹਿੰਦਾ ਹੈ, ਉਹ ਪੰਡਿਤ ਹੈ, ਉਹ ਗਿਆਨਵਾਨ ਹੈ। ਭੈ ਕਾਹੂ ਕੋ ਦੇਤ ਨੇ ਨਹਿ ਭੈ ਮਾਨਤ ਆਨ, ਕਹੋ ਨਾਨਕ ਸੁਮਰੇ ਮਨਾ ਗਿਆਨੀ ਤਾਹੇ ਬਖਾਨ। ਉਹ ਗਿਆਨਵਾਨ ਹੈ ਜਿਹੜਾ ਨਾ ਡਰਦਾ ਨਾ ਡਰਾਉਂਦਾ, ਨਾ ਜ਼ੁਲਮ ਕਰਦਾ ਨਾ ਜ਼ੁਲਮ ਸਹਾਰਦਾ। ਉਹ ਜੀਓ ਤੇ ਜੀਓ ਜੀਣ ਦਿਓ ਦੇ ਸਿਧਾਂਤ ਦੇ ਉੱਪਰ ਚੱਲਦਾ ਹੈ। ਜੀਓ ਤੇ ਜੀਣ ਦਿਓ ਦੇ ਸਿਧਾਂਤ ਦੀ ਪਾਲਣਾ ਕਰਦਾ ਹੈ, ਜਿਹਦੇ ਅੰਦਰ ਗਿਆਨ ਹੈ, ਸੱਚ ਹੈ। ਸਤ ਕਾ ਸ਼ਬਦ ਕਬੀਰਾ ਕਹੈ, ਪੰਡਿਤ ਹੋਏ ਸੋ ਅਨਭੈ ਹੈ। ਉਹ ਅਸਲੀ ਪੰਡਿਤ ਹੈ ਜਿਹੜਾ ਗਿਆਨ ਦੀ ਅਵਸਥਾ ਵਿੱਚ ਵਿਚਰਦਾ ਹੈ, ਬੁਰੇ ਭਲੇ ਦੀ ਪਛਾਣ ਕਰਦਾ ਹੈ, ਬੁਰੇ ਨੂੰ ਛੱਡ ਕੇ ਚੰਗੇ ਨੂੰ ਅਪਣਾ ਲੈਂਦਾ ਹੈ। ਉਹੀ ਅਸਲੀ ਪੰਡਿਤ, ਉਹ ਅਸਲੀ ਵਿਦਵਾਨ ਹੈ ਜਿਹੜਾ ਇਸ ਗੱਲ ਨੂੰ ਸਮਝ ਜਾਂਦਾ ਹੈ। ਪਰ ਜਿਹੜੇ ਆਮ ਪੰਡਿਤ ਨੇ, ਆਮ ਪੰਡਿਤ ਮੈਨੇ ਬ੍ਰਾਹਮਣ ਨਹੀਂ, ਆਮ ਪੰਡਿਤ ਮੈਨੇ ਜਿਨ੍ਹਾਂ ਕੋਲ ਤਰ੍ਹਾਂ ਤਰ੍ਹਾਂ ਦੇ ਗ੍ਰੰਥਾਂ ਦਾ ਗਿਆਨ ਤੇ ਬੜਾ ਇਕੱਠਾ ਹੋਇਆ ਹੈ ਪਰ ਪ੍ਰੈਕਟੀਕਲ ਨਹੀਂ ਕਰ ਰਹੇ। ਉਹਨਾਂ ਕੀ ਕੀਤਾ? ਭੁੱਲ ਕਿੱਥੇ ਹੋਈ? ਪੰਡਿਤ ਲੋਕਾਂ ਕੋ ਵਿਵਹਾਰ, ਜਿਹੜੇ ਪੰਡਿਤ ਲੋਕ ਸਨ ਜਿਨ੍ਹਾਂ ਕੋਲ ਗਿਆਨ ਸੀ, ਉਹਨਾਂ ਪ੍ਰੈਕਟੀਕਲ ਨਹੀਂ ਕੀਤਾ, ਉਹਨਾਂ ਨੇ ਵਿਹਾਰ ਬਣਾ ਲਿਆ। ਉਹਨਾਂ ਨੇ ਇਹਨਾਂ ਅੱਖਰਾਂ ਨੂੰ ਵਿਹਾਰ ਬਣਾ ਲਿਆ, ਦੁਕਾਨਦਾਰੀ ਕਰ ਲਿਆ, ਰੋਜ਼ੀ ਰੋਟੀ ਕਮਾਉਣ ਦਾ ਢੰਗ ਬਣਾ ਲਿਆ। ਪੰਡਿਤ ਲੋਕਾਂ ਨੂੰ ਇਹ ਵਿਹਾਰ ਲੱਭਾ ਹੋਇਆ ਹੈ। ਇਹ ਜਿਹੜੇ ਅੱਖਰ ਜੋੜੇ ਨੇ, ਦੂਜਿਆਂ ਨੂੰ ਦੱਸਣੇ ਨੇ, ਉਹ ਇੱਕ ਵਿਹਾਰ ਬਣਾ ਲਿਆ। ਇੱਥੋਂ ਜਿਹੜੀ ਚੀਜ਼ ਲੱਭਣੀ ਸੀ ਏਕਤਾ ਵਾਲੀ, ਇੱਕ ਸੁਰਤਾ ਵਾਲੀ, ਜਿਹੜੀ ਅੰਦਰੋਂ ਬਾਹਰੋਂ ਇੱਕ ਹੋਣ ਦੀ ਸੋਚ ਲੱਭਣੀ ਸੀ, ਆਪਣੀ ਸੋਚ ਮਹਾਨ ਕਰਨੀ ਸੀ, ਉਹ ਪ੍ਰਾਪਤ ਨਹੀਂ ਕੀਤੀ। ਇਸ ਗਿਆਨ ਚੋਂ ਜਿਹੜੀ ਰੱਬੀ ਰਜ਼ਾ ਸਮਝਣੀ ਸੀ ਉਹ ਸਮਝੀ ਨਹੀਂ। ਇਸ ਗਿਆਨ ਵਿੱਚ ਜਿਹੜਾ ਸਾਰਿਆਂ ਚ ਰੱਬ ਦੇਖਣਾ ਸੀ ਉਹ ਦੇਖਿਆ ਨਹੀਂ, ਸਿਰਫ ਰੋਜ਼ੀ ਰੋਟੀ ਦਾ ਸਾਧਨ ਬਣਾ ਲਿਆ। ਇਸ ਗੱਲ ਨੂੰ ਦੇਖੋ ਚਾਰੋਂ ਤਰਫ। ਧਾਰਮਿਕ ਲੋਕਾਂ ਦੀ ਗੱਲ ਕਰੀਏ, ਮੈਂ ਵੀ ਵਿੱਚ ਸ਼ਾਮਲ ਹਾਂ। ਹੁਣ ਤੱਕ ਲੋਕਾਂ ਨੂੰ ਗਿਆਨ ਵੰਡਿਆ ਤੇ ਬਹੁਤ, ਕਾਦੇ ਵਾਸਤੇ? ਰੋਜ਼ੀ ਰੋਟੀ ਵਾਸਤੇ। ਮੇਰਾ ਮਤਲਬ ਇਹ ਨਹੀਂ ਕਿ ਉਹ ਲੋਕ ਪੈਸੇ ਨਾ ਲੈਣ, ਪੈਸੇ ਦੀ ਹਰ ਬੰਦੇ ਨੂੰ ਲੋੜ ਹੈ, ਰੋਟੀ ਕੱਪੜਾ ਮਕਾਨ ਲੋੜ ਪੂਰੀ ਕਰਨੀ ਹੈ। ਪਰ ਜੇ ਉਹ ਇਨਸਾਨ ਕੇਵਲ ਆਪਣੀਆਂ ਲੋੜਾਂ ਪੂਰੀਆਂ ਕਰਨ ਤੱਕ ਸੀਮਿਤ ਰਹਿ ਜਾਏ, ਇਸ ਗਿਆਨ ਨੂੰ ਆਪਣੀ ਜ਼ਿੰਦਗੀ 'ਚ ਅਮਲ ਵਿੱਚ ਨਾ ਲੈ ਕੇ ਆਵੇ, ਵਿਹਾਰ ਬਣਾ ਲਵੇ ਪਰ ਆਪਣੇ ਜੀਵਨ ਦੇ ਵਿੱਚ ਇੰਪਲੀਮੈਂਟ ਨਾ ਕਰ ਸਕੇ, ਫਿਰ ਉਹਨੂੰ ਕੋਈ ਲਾਭ ਨਹੀਂ ਹੋਏਗਾ। ਫਿਰ ਉਹ ਗਿਆਨ ਨੂੰ ਵੇਚਦੇ ਰਿਹਾ ਪਰ ਇੰਪਲੀਮੈਂਟ ਨਹੀਂ ਕਰ ਰਿਹਾ, ਉਹਨੂੰ ਆਤਮਿਕ ਲਾਭ ਨਹੀਂ ਹੋਏਗਾ। ਜਿਵੇਂ ਮੈਂ ਆਪ ਜੀ ਨਾਲ ਗੱਲਬਾਤ ਕਰ ਰਿਹਾ, ਗੁਰਬਾਣੀ ਦੀ ਵਿਚਾਰ ਕਰ ਰਿਹਾ, ਪਰ ਜੇ ਇਹਨਾਂ ਗੱਲਾਂ ਦੇ ਉੱਪਰ ਮੈਂ ਅਮਲ ਨਹੀਂ ਕਰਦਾ, ਫਿਰ ਇਹਨਾਂ ਗੱਲਾਂ ਦਾ ਮੈਨੂੰ ਕੋਈ ਲਾਭ ਨਹੀਂ ਹੋਏਗਾ। ਗੁਰਬਾਣੀ ਦੇ ਇਸ ਵਿਚਾਰ ਦਾ ਮੈਨੂੰ ਲਾਭ ਨਹੀਂ ਹੋਏਗਾ, ਫਿਰ ਮੇਰੇ ਲਈ ਵਿਹਾਰ ਹੈ, ਬਸ ਫਿਰ ਮੇਰੀ ਦੁਕਾਨਦਾਰੀ ਹੈ। ਜੇ ਤੁਸੀਂ ਇਹਨਾਂ ਗੱਲਾਂ ਨੂੰ ਪੜ੍ਹਦੇ ਹੋ, ਵਿਚਾਰਦੇ ਹੋ, ਸਮਝਦੇ ਹੋ ਪਰ ਅਮਲ ਨਹੀਂ ਕਰ ਰਹੇ, ਫਿਰ ਆ ਗਿਆਨ ਦਾ ਲੈਣ ਦੇਣ ਜਿਹੜਾ ਨਾ ਇਹ ਵਿਹਾਰ ਬਣ ਕੇ ਰਹਿ ਜਾਏਗਾ। ਤੁਸੀਂ ਗਿਆਨ ਮੈਨੂੰ ਦੇ ਦਿੱਤਾ, ਮੈਂ ਲੈ ਲਿਆ, ਮੈਂ ਦਿੱਤਾ, ਤੁਸੀਂ ਲੈ ਲਿਆ, ਲੈਣ ਦੇਣ ਵਿਹਾਰ ਹੀ ਬਣ ਕੇ ਰਹਿ ਜਾਏਗਾ ਜੇ ਅਮਲ ਨਹੀਂ ਹੋਏਗਾ ਸਾਡਾ। ਏਦਾਂ ਹੀ ਆਮ ਲੋਕ ਨੇ। ਗੱਲ ਕੀ, ਸਕਿਆ ਨਾ ਅੱਖਰ ਏਕ ਪਛਾਣ, ਜਿਹੜਾ ਇੱਕ ਅੱਖਰ ਪਛਾਣਨਾ ਸੀ ਉਹ ਲਾਗੂ ਜਿਹੜਾ ਕਰਨਾ ਸੀ ਉਹ ਕੀਤਾ ਨਹੀਂ। ਜਿਹੜਾ ਸਰਵ ਸ਼ਬਦੰ ਏਕ ਸ਼ਬਦੰ ਹੈ ਨਾ, ਉਹ ਇੱਕ ਸ਼ਬਦ, ਉਹ ਇੱਕ ਭੇਦ ਵਾਲੀ ਗੱਲ, ਇੱਕ ਰੱਬ ਵਾਲੀ ਗੱਲ, ਸਾਰਿਆਂ ਵਿੱਚ ਇੱਕ ਰੱਬ ਹੈ, ਉਹਦੇ ਨਾਲ ਜੁੜੇ ਨਹੀਂ, ਉਹਨੂੰ ਸਮਝਿਆ ਨਹੀਂ, ਤੇ ਕੀ ਹੋਇਆ ਫਿਰ ਇਹ ਸਾਡਾ ਗਿਆਨ, ਇਹ ਸਾਡੀ ਵਿਚਾਰ ਕੇਵਲ ਲੈਣ ਦੇਣ ਦਾ ਵਿਹਾਰ ਹੀ ਬਣ ਗਿਆ। ਬਸ ਪੰਡਿਤ ਲੋਕਾਂ ਕੋ ਵਿਵਹਾਰ, ਫਿਰ ਵਿਹਾਰ ਬਣ ਗਿਆ ਹੈ। ਪੰਡਿਤ ਲੋਕਾਂ ਕੋ ਵਿਵਹਾਰ, ਗਿਆਨਵੰਤ ਕੋ ਤਤ ਵਿਚਾਰ। ਪਰ ਹਾਂ, ਜਿਹੜੇ ਗਿਆਨਵਾਨ ਹਨ ਉਹਨਾਂ ਵਾਸਤੇ ਇਹ ਤਤ ਦੀ ਵਿਚਾਰ ਹੈ, ਅਸਲੀਅਤ ਨੂੰ ਵਿਚਾਰਨ ਦਾ ਵਸੀਲਾ ਹੈ। ਇਹੀ 52 ਅੱਖਰ ਜਿਹੜੇ ਨੇ ਉਹ ਤਤ ਦੀ ਵਿਚਾਰ ਨੂੰ ਸਮਝਣ ਲੱਗ ਜਾਂਦੇ ਨੇ, ਸਾਧਨ ਬਣਾ ਲੈਂਦੇ ਨੇ। ਇਹਨਾਂ 52 ਅੱਖਰਾਂ ਨੂੰ ਸਾਧਨ ਬਣਾ ਕੇ ਉਹ ਅਸਲੀਅਤ ਨੂੰ ਵਿਚਾਰਨ ਲੱਗ ਜਾਂਦੇ ਨੇ। ਉਹ ਲੋਕ ਜਿਹੜੇ ਅਸਲੀਅਤ ਨੂੰ ਵਿਚਾਰਦੇ ਨੇ, ਅਸਲੀਅਤ ਕੀ ਹੈ, ਤੇ ਅਸਲੀਅਤ ਤੱਕ ਪਹੁੰਚਣ ਦਾ ਯਤਨ ਕਰਦੇ ਨੇ, ਪਛਾਣਦੇ ਨੇ, ਸਾਰਿਆਂ ਵਿੱਚੋਂ ਇੱਕ ਰੱਬ ਨੂੰ ਪਛਾਣਦੇ ਨੇ, ਸੱਚ ਨੂੰ ਅਮਲ ਵਿੱਚ ਲੈ ਕੇ ਆਉਂਦੇ ਨੇ। ਜਿੰਨਾ ਵੀ ਗਿਆਨ ਹੈ ਉਹਦੀ ਸਹੀ ਵਰਤੋਂ ਕਰਦੇ ਨੇ। ਜੇ ਗਿਆਨ ਦੀ ਸਹੀ ਵਰਤੋਂ ਨਹੀਂ ਤੇ ਵਿਵਹਾਰ ਹੈ,
ਜੇ ਗਿਆਨ ਦੀ ਸਹੀ ਵਰਤੋਂ ਹੈ ਫਿਰ ਤਤ ਵਿਚਾਰ ਹੈ। ਉਦਾਹਰਨ ਦੇ ਤੌਰ ਤੇ ਜੇ ਕੋਈ ਗਿਆਨ ਨੂੰ ਮਿਸਯੂਜ਼ ਕਰੇਗਾ ਤੇ ਦੁਖਾਂਤ ਪੈਦਾ ਹੋਏਗਾ। ਬੰਦੇ ਦੇ ਹੱਥ 'ਚ ਅੰਗੂਰ ਆਏ, ਪ੍ਰਭੂ ਨੇ ਅੰਗੂਰ ਦਿੱਤੇ, ਜੇ ਤੇ ਅੰਗੂਰਾਂ ਦੀ ਉਹ ਸਹੀ ਵਰਤੋਂ ਕਰ ਰਿਹਾ ਹੈ, ਗਲੂਕੋਜ਼ ਬਣਾ ਰਿਹਾ ਹੈ, ਫਿਰ ਤੇ ਸਹੀ ਵਰਤੋਂ ਹੈ। ਪਰ ਦੂਜਾ ਬੰਦਾ ਐਸਾ ਹੈ ਜਿਹੜਾ ਅੰਗੂਰਾਂ ਦੀ ਸ਼ਰਾਬ ਤਿਆਰ ਕਰ ਰਿਹਾ ਹੈ। ਗਿਆਨ ਤੇ ਹੈ ਉਹਦੇ ਕੋਲ, ਪਰ ਉਹ ਗਿਆਨ ਨੁਕਸਾਨਦਾਇਕ ਹੈ। ਗਿਆਨ ਦੀ ਵਰਤੋਂ ਕਰਨੀ ਸੀ ਸੱਚ ਦੇ ਲਈ, ਗਿਆਨ ਦੀ ਵਰਤੋਂ ਕਰਨੀ ਸੀ ਯੂਨੀਵਰਸਲ ਟਰੁੱਥ ਦੇ ਲਈ, ਲਾਅ ਆਫ ਨੇਚਰ ਦੇ ਲਈ, ਰੱਬੀ ਨਿਯਮਾਂ ਨੂੰ ਸਮਝਣ ਦੇ ਲਈ, ਸਾਰਿਆਂ ਚੋਂ ਰੱਬ ਦੇਖਣ ਦੇ ਲਈ। ਗਿਆਨ ਦੀ ਵਰਤੋਂ ਕਰਨੀ ਸੀ ਇੱਕ ਅੱਖਰ ਨੂੰ ਪਛਾਣਨ ਦੇ ਲਈ। ਤੇ ਜਿਹੜੇ ਗਿਆਨਵਾਨ ਨੇ ਉਹ ਇਹਨਾਂ ਅੱਖਰਾਂ ਦੇ ਰਾਹੀਂ ਤੱਤ ਦੀ ਵਿਚਾਰ ਕਰਦੇ ਨੇ, ਅਸਲੀਅਤ ਨੂੰ ਜਾਣਦੇ ਨੇ, ਪ੍ਰੈਕਟੀਕਲ ਕਰਦੇ ਨੇ। ਗਿਆਨਵੰਤ ਕੋ ਤਤ ਵਿਚਾਰ, ਜਾ ਕੇ ਜੀ ਜੈਸੀ ਬੁੱਧ ਹੋਈ। ਹੁਣ ਜਿਹਦੇ ਅੰਦਰ ਜਿਹੋ ਜੀ ਬੁੱਧੀ, ਜਿਹੋ ਜੀ ਉਹਦੇ ਅੰਦਰ ਅਕਲ ਹੈ, ਜਿਸ ਅੰਦਰ ਜਿਹੋ ਜੀ ਸੋਚ ਹੋਏਗੀ ਉਹੋ ਜੀ ਅਕਲ ਹੋਏਗੀ। ਜਿਹੋ ਜੀ ਜਿਸ ਅੰਦਰ ਬੁੱਧੀ ਹੋਏਗੀ, ਅਕਲ ਹੋਏਗੀ, ਉਦਾਂ ਦੀ ਉਹਦੀ ਸੋਚ ਬਣ ਜਾਏਗੀ। ਕਹਿ ਕਬੀਰ ਜਾਣੇਗਾ ਸੋਈ। ਭਗਤ ਕਬੀਰ ਜੀ ਆਖਦੇ ਨੇ, ਹੈ ਕਬੀਰ ਕਹਿ, ਜਾਣੇਗਾ ਮੈਨੇ ਸਮਝੇਗਾ, ਜਾਣੇਗਾ ਸੋਈ ਮੈਨੇ ਉਹੀ। ਇਹਨਾਂ ਅੱਖਰਾਂ ਦੇ ਰਾਹੀਂ ਉਹੀ ਸਮਝਣ ਦਾ ਯਤਨ ਕਰੇਗਾ ਜਿਹਦੇ ਅੰਦਰਲੀ ਆ ਸੋਚ ਹੈ। ਪੁਸਤਕਾਂ ਨੂੰ ਪੜ੍ਹਨ ਨਾਲ, ਲਿਖਣ ਦੇ ਨਾਲ, ਵਿਚਾਰਨ ਦੇ ਨਾਲ ਜਦੋਂ ਕੋਈ ਜਾਣਨ ਵਾਲਾ ਜ਼ਰੂਰੀ ਹੋ ਜਾਂਦਾ ਹੈ, ਸੋਚ ਅੰਦਰ ਦੀ ਬਦਲ ਜਾਂਦੀ ਹੈ, ਉਦੋਂ ਹੀ ਉਹ ਜਾਣਿਆ ਜਾਂਦਾ ਹੈ। ਬੰਦਾ ਕਿਸ ਸੋਚ ਦੇ ਨਾਲ ਪੜ੍ਹ ਰਿਹਾ ਹੈ, ਕਿਸ ਸੋਚ ਨਾਲ ਸੁਣ ਰਿਹਾ ਹੈ, ਉਹ ਡਿਪੈਂਡ ਕਰਦਾ ਹੈ। ਕਿਹੋ ਜੀ ਸੋਚ ਨਾਲ ਬੰਦਾ ਜੀ ਰਿਹਾ ਹੈ, ਉਸ ਗੱਲ ਤੇ ਨਿਰਭਰ ਕਰਦਾ ਹੈ। ਜਿਹੋ ਜੀ ਸੋਚ ਹੋਏਗੀ ਉਹੋ ਜੀ ਉਹਦੀ ਸੋਚ ਪ੍ਰਗਟ ਹੋ ਜਾਏਗੀ। ਜੈਸੀ ਇਨਪੁਟ ਹੋਏਗੀ ਉਹੋ ਜੀ ਆਊਟਪੁੱਟ ਹੋਏਗੀ। ਜਾ ਕੇ ਜੀ ਜੈਸੀ ਬੁੱਧ ਹੋਈ, ਕਹਿ ਕਬੀਰ ਜਾਣੇਗਾ ਸੋਈ। ਇਸ ਕਰਕੇ ਲੋੜ ਹੈ ਸੋਚ ਬਦਲਣ ਦੀ। ਗੁਰਬਾਣੀ ਜਿਹੜੀ ਹੈ ਸਾਡੀ ਸੋਚ ਨੂੰ ਚੇਂਜ ਕਰਦੀ ਹੈ, ਸਾਨੂੰ ਹੁਕਮ ਕਰਦੀ ਹੈ ਆਪਣੀ ਸੋਚ ਨੂੰ ਵਿਸ਼ਾਲ ਕਰ ਲਓ, ਬਦਲ ਲਓ, ਇੰਨੀ ਵਿਸ਼ਾਲ ਕਰ ਲਓ ਕਿ ਸਾਰਿਆਂ ਚੋਂ ਰੱਬ ਹੀ ਨਜ਼ਰ ਆਏ। ਤੇ ਜੇ ਅਸੀਂ ਸੋਚ ਨਹੀਂ ਆਪਣੀ ਬਦਲੀ ਤੇ ਜਿੰਨਾ ਮਰਜ਼ੀ ਗਿਆਨ ਹੋਵੇ ਉਹ ਬੰਦਾ ਗਿਆਨ ਦਾ ਮਿਸਯੂਜ਼ ਹੀ ਕਰੇਗਾ। ਅੱਜ ਮਨੁੱਖ ਕੋਲ ਕਿੰਨਾ ਗਿਆਨ ਹੈ, ਕਿੰਨੇ ਲੋਕ ਨੇ ਜਿਨ੍ਹਾਂ ਕੋਲ ਗ੍ਰੈਜੂਏਸ਼ਨ ਦੀ ਡਿਗਰੀ ਹੈ, ਪੋਸਟ ਗ੍ਰੈਜੂਏਸ਼ਨ ਦੀ ਡਿਗਰੀ ਹੈ, ਕਿੰਨੇ ਲੋਕ ਨੇ ਜਿਨ੍ਹਾਂ ਕੋਲ ਮਾਸਟਰ ਦੀਆਂ ਡਿਗਰੀਆਂ ਨੇ, PhD ਕੀਤੀ ਹੋਈ ਹੈ, ਕਿਸੇ ਨੇ ਡੀਲਿਟ ਕੀਤੀ ਹੋਈ। ਕਿੰਨੇ ਵਿਦਵਾਨ ਨੇ ਇਸ ਦੁਨੀਆ ਤੇ। ਉਹਨੇ ਪਿਛਲੇ ਯੁੱਗ ਦੇ ਲੋਕ ਇੰਨੇ ਗਿਆਨਵਾਨ ਨਹੀਂ ਸੀ ਜਿੰਨੇ ਇਸ ਯੁੱਗ ਵਿੱਚ ਨੇ। ਹੁਣ ਤੇ ਚਾਹੀਦਾ ਸੀ ਕਿ ਸਾਰਾ ਸੰਸਾਰ ਹੀ ਸਵਰਗ ਹੋ ਜਾਂਦਾ, ਸਾਰੇ ਹੀ ਸੁਖੀ ਤੇ ਸ਼ਾਂਤ ਹੁੰਦੇ, ਸਭ ਤੋਂ ਵਿੱਚੋਂ ਪ੍ਰੇਮ ਹੀ ਢਲਕਦਾ, ਸਾਰਿਆਂ ਦੇ ਅੰਦਰੋਂ ਨਿਮਰਤਾ ਤੇ ਮਿੱਠੇ ਬੋਲ ਹੀ ਨਿਕਲਦੇ, ਸਾਰਿਆਂ ਦੇ ਅੰਦਰ ਸੱਚਾਈ ਹੁੰਦੀ, ਸਾਰਿਆਂ ਅੰਦਰ ਦਇਆ ਹੁੰਦੀ, ਜਿੰਨਾ ਅੱਜ ਗਿਆਨ ਹੈ। ਪਰ ਜੇ ਪ੍ਰੈਕਟੀਕਲ ਨਹੀਂ ਤੇ ਗਿਆਨ ਦਾ ਮਿਸਯੂਜ਼ ਹੋ ਰਿਹਾ। ਗਿਆਨ ਤੇ ਬਹੁਤ ਹੈ, ਇਹਨਾਂ ਗਿਆਨ ਅਸੀਂ ਆਪਣੀਆਂ ਭਾਵਨਾਵਾਂ ਨੂੰ, ਜਜ਼ਬਾਤਾਂ ਨੂੰ ਸੋਸ਼ਲ ਮੀਡੀਆ ਦੇ ਰਾਹੀਂ ਦੁਨੀਆ 'ਚ 1 ਮਿੰਟ 'ਚ ਪਹੁੰਚਾ ਦਿੰਦੇ ਹਾਂ। ਫੇਸਬੁੱਕ ਦੇ ਰਾਹੀਂ, ਈਮੇਲ ਦੇ ਰਾਹੀਂ, YouTube ਦੇ ਰਾਹੀਂ ਹਰ ਗੱਲ ਨੂੰ ਅਸੀਂ ਲਾਈਵ ਕਰਕੇ ਪਹੁੰਚਾ ਦਿੰਦੇ ਹਾਂ। ਇੰਨੇ ਸਾਧਨ ਹੁੰਦਿਆਂ ਹੋਇਆਂ ਵੀ ਗਿਆਨ ਦੇ ਇਨਸਾਨੀਅਤ ਨਹੀਂ ਲੱਭ ਰਹੀ ਹੈ, ਮਨੁੱਖਤਾ ਨਹੀਂ ਨਜ਼ਰ ਆ ਰਹੀ, ਉਹ ਰੱਬੀ ਸੋਚ ਨਹੀਂ ਪ੍ਰਗਟ ਹੋ ਰਹੀ ਜਿਹੜੀ ਸਾਰਿਆਂ 'ਚ ਰੱਬ ਦੇਖਣ ਵਾਲੀ ਸੋਚ ਹੈ। ਇੰਨੇ ਗਿਆਨ ਹੁੰਦਿਆਂ ਹੋਇਆਂ ਵੀ ਜੇ ਐਸੀ ਸੋਚ ਨਹੀਂ, ਸੋਚ ਹੈ ਧਨ ਵਾਲੀ, ਸੋਚ ਹੈ ਪਦਵੀ ਵਾਲੀ, ਸੋਚ ਹੈ ਦੂਜੇ ਨੂੰ ਨੀਵਾਂ ਦਿਖਾ ਕੇ ਆਪਣੇ ਉੱਚਾ ਹੋਣ ਵਾਲੀ, ਤੇ ਜਿਹੋ ਜੀ ਸੋਚ ਉਹੋ ਜੀ ਚੀਜ਼ ਮਿਲੇਗੀ ਨਾ। ਜਾ ਕੇ ਜੀ ਜੈਸੀ ਬੁੱਧ ਹੋਈ, ਚਾਹੇ ਕਬੀਰ ਜਾਣੇਗਾ ਸੋਈ। ਇਸ ਨੂੰ ਕਹਿੰਦੇ ਨੇ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਜਿਹੋ ਜੀ ਸੋਚ ਹੋਏਗੀ ਉਹੀ ਸਾਨੂੰ ਮਿਲੇਗਾ। ਇਸ ਕਰਕੇ ਭਗਤ ਜੀ ਕਹਿ ਰਹੇ ਨੇ ਵੀ ਅੱਖਰ ਬੜੇ ਕੀਮਤੀ ਨੇ, ਇਹਨਾਂ ਅੱਖਰਾਂ ਦੇ ਨਾਲ ਅਨੰਤ ਗਿਆਨ ਇਕੱਠਾ ਕੀਤਾ ਗਿਆ, ਬਹੁਤ ਕੁਝ ਪੜ੍ਹਿਆ ਗਿਆ, ਲਿਖਿਆ ਗਿਆ, ਵਿਚਾਰਿਆ ਗਿਆ, ਪਰ ਇਹਦਾ ਮਕਸਦ ਇਹ ਹੋਣਾ ਚਾਹੀਦਾ ਸੀ ਕਿ ਬੰਦੇ ਦੀ ਸੋਚ ਵਿਸ਼ਾਲ ਹੋ ਜਾਏ। ਮਨੁੱਖ ਦੀ ਸੋਚ ਵਿੱਚੋਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਨਿੰਦਿਆ, ਚੁਗਲੀ, ਝੂਠ, ਤ੍ਰਿਸ਼ਨਾ ਖਤਮ ਹੋ ਜਾਏ, ਸੋਚ ਬਦਲ ਜਾਏ। ਮਨੁੱਖ ਦੀ ਸੋਚ ਦੇ ਅੰਦਰ ਸਤ, ਸੰਤੋਖ, ਦਇਆ, ਧਰਮ, ਧੀਰਜ ਪੈਦਾ ਹੋ ਜਾਏ। ਬੰਦੇ ਦੀ ਸੋਚ ਰੱਬ ਵਰਗੀ ਹੋ ਜਾਏ, ਉਹਦੇ ਅੰਦਰ ਇੱਕ ਸੁਰਤਾ ਪੈਦਾ ਹੋ ਜਾਏ, ਉਹ ਅਸਲੀਅਤ ਨੂੰ ਜਾਣ ਲਵੇ ਕਿ ਸਾਰਿਆਂ ਦੇ ਅੰਦਰ ਇੱਕ ਅੱਖਰ ਹੈ, ਇੱਕ ਪ੍ਰਭੂ ਹੈ, ਉਹ ਪਛਾਣ ਲਵੇ। ਇਹਨਾਂ ਅੱਖਰਾਂ ਦੇ ਪੜ੍ਹਨ ਦਾ ਮਕਸਦ ਇਹ ਹੋਣਾ ਚਾਹੀਦਾ ਹੈ। ਐਜੂਕੇਸ਼ਨ ਸਿਸਟਮ ਦੇ ਵਿੱਚ ਪਲਾਨਿੰਗ ਇਸ ਤਰੀਕੇ ਨਾਲ ਹੋਣੀ ਚਾਹੀਦੀ ਹੈ ਕਿ ਜਿਹੜਾ ਬੱਚਾ ਸਕੂਲ ਤੋਂ ਗਿਆਨ ਲੈ ਕੇ ਪੜ੍ਹ ਕੇ ਬਾਹਰ ਨਿਕਲੇ, ਜਿੰਨਾ ਵੀ ਉਹਨੇ ਲਿਟਰੇਚਰ ਪੜ੍ਹਿਆ ਹੋਵੇ, ਉਹ ਲਿਟਰੇਚਰ ਉਹਦੇ ਅੰਦਰ ਇਨਸਾਨੀਅਤ ਪੈਦਾ ਕਰੇ।
माया की दौड़ नहीं, चलाकियां पैदा ना करे, बल्कि इंसानियत पैदा करे। साडा एजुकेशन सिस्टम जिहड़ा चलाकियां सिखा दिंदा है, सियाणप घट सिखांदा है। पर सियाणप सिख के सारे स्कूल कॉलेज तो विद्यार्थी निकलन। इन्हां अखरां नूं इस तरीके नाल वरतन दा यतन करना चाहिए कि सारिਆਂ ਵਿੱਚੋਂ ਅਸੀਂ ਰੱਬ देख ਲਈਏ, ਪਛਾਣ ਲਈਏ, ਜਿਹਦੇ ਕਰਕੇ ਸਾਰਾ ਸੰਸਾਰ बेगमपुरा हो जाए, हलीमी राज बन जाए, ये सारा जगत हर का बागरा हो जाए, खिड़िया होया फुल्लां दा बाग हो जाए, सब पासे रब दी जोत नजर आए, उहदा नूर, उहदा जलाल, उहदा ज़हूर नजर आए। ये पॉसिबिलिटी, ये संभावना हर इंसान दे अंदर मौजूद है। इस करके जो भी असीं रोज बाणी चों पढ़ रहे हैं, विचार रहे हैं, इन्हां गुणां नूं अपने अंदरों प्रगट करन दी लोड़ है, अपनी सोच नूं विशाल करन दी लोड़ है। साडी जिंदगी ऐसी हो सकदी है। ना ही देखना भाजीए परम सियाणप ए, सब तो वधिया सियाणप वाली गल है, ना कह के भजो ना, हो सकदा है, क्योंकि है जा कह जी जैसी बुध होई, कह कबीर जानेगा सोई। ये कबीर कह जेहो जी किसी दी सोच होएगी, ओहो जी प्रगट होएगी। जिस दिन मनुख दी सोच रब वाली हो जाएगी, उस दिन ओहदे अंदरों रब प्रगट हो जाएगा, उन्होंने हर थां ते वसदा होया रब नजर आ जाएगा। घट घट मैं हर जू बसै, संतन कहो पुकार। होइयां बेअंत भुल्लां खिमा करनियां, 52 अखरी दी विचार अज साडी संपूर्ण है। ते जे सरदार सरबजीत सिंह जी आए होण, क्योंकि उन्होंने ने कहा सी कि ਵੱਖ-ਵੱਖ ਬਾਣੀਆਂ ਦੇ ਜਿਹੜੇ 35 ਅੱਖਰ ਜਾਂ 52 ਅੱਖਰ ਨੇ, ਉਹਨਾਂ ਦੀ ਉਹਨਾਂ ਨੇ ਲਿਸਟ ਤਿਆਰ ਕੀਤੀ ਹੋਈ ਹੈ, ਤੇ ਉਹ ਲਿਸਟ ਜ਼ਰੂਰ ਸਾਂਝੀ ਕਰਨ ਤਾਂ ਕਿ ਬਾਕੀਆਂ ਨੂੰ ਵੀ ਇਹਦਾ ਲਾਭ ਹੋ ਸਕੇ। ਤੇ ਨਾਲ ਇਸ ਲਿਸਟ ਦੀ ਰਿਕਾਰਡਿੰਗ ਵੀ ਕੀਤੀ ਜਾਏ ਤਾਂ ਕਿ ਇਹ ਸਦਾ ਲਈ ਜਿਹੜਾ ਸਾਡੇ ਕੋਲ ਡਾਕੂਮੈਂਟ ਇਸ YouTube ਦੇ ਉੱਪਰ ਬਣ ਸਕੇ। ਤੇ ਇੰਨੀਆਂ ਵਿਚਾਰ ਕਰਦਿਆਂ ਹੋਇਆਂ ਬੇਅੰਤ ਭੁੱਲਾਂ ਖਿਮਾ ਕਰਨੀਆਂ। ਇਸ ਸਰਕਲ ਦੇ ਅਤੇ ਸਿੱਖ ਮਿਸ਼ਨਰੀ ਕਾਲਜ ਦੇ ਚੇਅਰਮੈਨ ਸਾਹਿਬ ਸਰਦਾਰ ਹਰਜੀਤ ਸਿੰਘ ਜੀ, ਉਹਨਾਂ ਦੇ ਸਮੁੱਚੇ ਵਿਦਵਾਨਾਂ ਦੀ ਟੀਮ ਨੇ ਹਮੇਸ਼ਾ ਦਾਸ ਨੂੰ ਮਾਣ ਦਿੱਤਾ ਹੈ। ਆਪ ਜੀ ਦੇ ਦਰਸ਼ਨ ਕਰਨ ਦਾ ਮੌਕਾ ਮਿਲਦਾ ਹੈ, ਆਪ ਜੀ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਜਦੋਂ ਆਪ ਸਵਾਲ ਕਰਦੇ ਹੋ। ਤੇ ਮੈਂ ਇਹਨਾਂ ਦਾ ਖਾਸ ਕਰਕੇ ਧੰਨਵਾਦੀ ਹਾਂ, ਜਿਨ੍ਹਾਂ ਸਦਕਾ ਆਪ ਜੀ ਦੇ ਸਨਮੁਖ 52 ਅੱਖਰੀ ਬਾਣੀ ਦੀ ਅੱਜ ਵਿਚਾਰ ਸੰਪੂਰਨ ਹੋਈ ਹੈ। ਭੁੱਲਾਂ ਖਿਮਾ ਕਰਨੀਆਂ ਜੀ। ਮਿਲ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।